ਵੀ ਹੁਣ ਬਲਜਿੰਦਰ ਸਿੰਘ ਜਿੰਦੂ ਤੇ ਵੱਡੀ ਕਾਰਵਾਈ ਕਰਵਾਉਣ ਦੀ ਤਿਆਰੀ ਹੈ। ਬੈਂਗਲੌਰ ਬੰਬੇ ਤੱਕ ਜਿਹੜੇ ਹੈਗੇ ਆ ਉਹਨਾਂ ਤੇ ਡੈਫਾਮੇਸ਼ਨ ਪਵਾ ਕੇ ਤਾਂ ਕਿ ਉਹਨਾਂ ਨੂੰ ਹਰਾਸ ਕੀਤਾ ਜਾ ਸਕੇ। ਇਸ ਤਰ੍ਹਾਂ ਦਾ ਕਾਨੂੰਨ ਕੀ ਕਹਿੰਦਾ ਜੀ ਇਸ ਮਾਮਲੇ ਨੂੰ? जो डेफामेशन है वो किसी भी तरह बलजिंदर सिंह जिंदू ते या जो भी सही प्राइस की गल करता है वो किसी भी हालात में नहीं बनती। पहला वो दवाई मैं 90 रुपए की लैंदा सी। ਪ੍ਰਿੰਟ ਕਿੰਨਾ ਸੀ ਜੀ ਉਹਦਾ? ਉਹਦਾ ਪ੍ਰਿੰਟ ਪਹਿਲਾਂ 90 ਹੀ ਸੀ। ਇੱਕ ਬੰਦਾ ਰੋਪੜ ਦੁਕਾਨਦਾਰ ਹੈਗਾ, ਉਹਨੇ ਮੈਨੂੰ ਉਹ 65 ਦੀ ਦੇਣੀ ਸ਼ੁਰੂ ਕਰ ਦਿੱਤੀ। ਮੈਂ ਉਹਦਾ ਬੜਾ ਸ਼ੁਕਰੀਆ ਕਰਨਾ ਕਿ ਜੀ ਉਹ 90 ਰੁਪਏ ਦਾ ਪੱਤਾ ਸੀ, ਤੁਸੀਂ 65 ਦਾ ਦਿੰਦੇ ਹੋ, ਠੀਕ ਹੈ। ਪਿਛਲੇ 2 ਸਾਲਾਂ ਦੌਰਾਨ ਉਹਦੀ ਪ੍ਰਾਈਸ ਵੀ ਵਧੀ ਹੈ, 118 ਦਾ ਪ੍ਰਿੰਟ ਰੇਟ ਹੋਇਆ ਹੈ। ਪਰ ਮੇਰੇ ਇੱਕ ਹੋਰ ਵੱਡੇ ਜਾਣਕਾਰ ਮਿਲ ਗਏ ਜਿਨ੍ਹਾਂ ਦੀ ਮੇਰੇ ਕੋਲ ਕਾਫੀ ਕਾਨੂੰਨੀ ਸਲਾਹ ਲੈਣ ਆਉਂਦੇ ਸੀ। ਉਹ ਪੱਤਾ ਮੈਨੂੰ ਉਹ 25 ਰੁਪਏ ਦਾ ਦਿੰਦੇ ਆ। ਵੀ ਤੁਸੀਂ ਕਹਿੰਦੇ ਹੋ ਵੀ ਇਹ ਜੈਨਰਿਕ ਹੈ। ਜੈਨਰਿਕ ਨਹੀਂ, ਜਿੰਦੂ ਨੇ ਹਰ ਇੱਕ ਦਵਾਈ ਦਾ ਨਾਮ ਲਿਆ ਏ। ਉਹਨੂੰ ਲੋਕਲ ਕੰਪਨੀ ਤੁਸੀਂ ਕਹਿ ਲਿਓ ਵੀ ਇਹ ਲੋਕਲ ਦਵਾਈ ਹੈ, ਕਿਸੇ ਕੰਪਨੀ ਦੀ ਦਵਾਈ ਹੈ। ਉਹ ਜੈਨਰਿਕ ਤਾਂ ਇਹ ਹੋਊਗਾ ਵੀ ਜਿਹਦਾ ਕੋਈ ਨਾਮ ਹੀ ਨਹੀਂ ਹੈ। ਜੈਨਰਿਕ ਨਾਮ ਲੈ ਕੇ ਗੁੰਮਰਾਹ ਨਾ ਕੀਤਾ ਜਾਵੇ ਲੋਕਾਂ ਨੂੰ ਵੀ। ਲੋਕ ਕਹਿੰਦੇ ਨੇ ਜੈਨਰਿਕ ਹੈ ਜੀ ਉਹ, ਪਰ ਉਸ ਦਵਾਈ ਦਾ ਤਾਂ ਨਾਂ ਹੀ ਜੈਨਰਿਕ ਤੇ ਉਹ ਸਾਲਟ ਹੋ ਗਏ ਨੇ। ਉਹ ਜੈਨਰਿਕ ਮੰਨਿਆ ਜਾਂਦਾ ਜੀ? ਨਹੀਂ, ਜੈਨਰਿਕ ਨਹੀਂ ਮੰਨਿਆ। ਜਿਹਦੇ ਉੱਤੇ ਤੁਸੀਂ ਆਪਣਾ ਟ੍ਰੇਡ ਨੇਮ ਲਿਖ ਲਿਆ ਉਹ ਜੈਨਰਿਕ ਨਹੀਂ ਮੰਨਿਆ ਜਾਂਦਾ ਵਿੱਚ। ਘਰ ਘਰ ਦੇ ਵਿੱਚ ਲੋਕਾਂ ਕੋਲ ਦਵਾਈਆਂ ਦੇ ਪੱਤੇ ਪਏ ਆ ਕਿ ਲੋਕਾਂ ਨੂੰ ਇੰਨਾ ਕੁ ਅਧਿਕਾਰ ਹੈਗਾ ਵੀ ਜਿਹੜੀ ਅਥਾਰਟੀ ਦਵਾਈਆਂ ਦੀਆਂ ਕੀਮਤਾਂ ਤੈਅ ਕਰਦੀ ਹੈ ਤੇ ਕੰਪਨੀ ਜਿਹੜੀ 5 ਵਾਲੀ ਨੂੰ 250 ਦਾ ਪ੍ਰਿੰਟ ਲਾਉਂਦੀ ਹੈ ਵੀ ਆਪਣਾ ਪੱਤਾ ਚੱਕਣ ਜੀ ਘਰ ਤੋਂ ਵੀ ਪਤਾ ਕਰ ਲੈਣ ਰੇਟ ਵੀ ਅਸੀਂ 5 ਵਾਲਾ ਜੀ 250 ਨੂੰ ਖਰੀਦਿਆ ਹੋਇਆ, ਤੇ ਕੰਪਨੀ ਦੇ ਉੱਤੇ ਕਿਸੇ ਤਰ੍ਹਾਂ ਦਾ ਕੇਸ ਕਰਨ ਜਾਂ ਅਥਾਰਟੀ ਦੇ ਉੱਤੇ ਉਸ ਉੱਤੇ ਕੇਸ ਕਰਨ ਦੀ ਸ਼ਮਤਾ ਲੋਕ ਰੱਖਦੇ। ਅੰਡਰ ਸੈਕਸ਼ਨ 3 ਏਜੰਸ਼ੀਅਲ ਕਮੋਡਿਟੀਜ਼ ਐਕਟ ਦੇ ਵਿੱਚ ਇਹ ਫਾਲ ਕਰਦਾ ਹੈ। ਲੋਕਾਂ ਦੀ ਜਿੱਥੇ ਜਾਨ ਦੀ ਕੀਮਤ ਹੈ, ਜਿੱਥੇ ਲੋਕਾਂ ਦੇ ਇੰਟਰਸਟ ਦੀ ਗੱਲ ਹੈਗੀ ਹੈ, ਉੱਥੇ ਹਰ ਵਿਅਕਤੀ, ਚਾਹੇ ਉਹ ਇੰਡੀਵਿਜੂਅਲ ਹੈ ਚਾਹੇ ਉਹ ਗਰੁੱਪ ਦੇ ਵਿੱਚ ਹੈਗਾ, ਉਹ IPC ਦੀ ਧਾਰਾ ਦੇ ਅਧੀਨ ਵੀ ਜਾ ਸਕਦਾ ਹੈ ਔਰ ਏਜੰਸ਼ੀਅਲ ਕਮੋਡਿਟੀ ਐਕਟ ਦੇ ਅਧੀਨ ਵੀ ਕੇਸ ਫਾਈਲ ਕਰ ਸਕਦਾ ਹੈ। ਔਰ ਹੋਰ ਕਈ ਅਸੀਂ ਦੇਖਦੇ ਹਾਂ ਕਿ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਵੀ ਹੈਗਾ ਹੈ, ਉਹਦੇ ਵਿੱਚ ਵੀ ਜਾ ਕੇ ਉਹ ਫਾਈਲ ਕਰ ਸਕਦਾ ਹੈ ਕਿ ਜੀ ਦੇਖੋ ਇਹਦੀ ਫਲਾਣੀ ਦੁਕਾਨ ਤੋਂ ਇੰਨੇ ਦੀ ਇਹ ਮੈਨੂੰ ਮਿਲੀ ਹੈਗੀ ਆ, ਫਲਾਣੀ ਦੁਕਾਨ ਮੈਨੂੰ ਇੰਨੇ ਦੀ ਦੇ ਰਹੀ ਹੈ। ਹਰ ਇੰਡੀਵਿਜੂਅਲ ਕੋਲ ਰਾਈਟ ਕੰਪਨੀ ਦੇ ਖਿਲਾਫ ਵੀ, ਰਿਟੇਲਰ ਦੇ ਖਿਲਾਫ ਵੀ ਜਿੱਥੋਂ ਉਹਨੇ ਖਰੀਦੀ ਆ ਜਾਣਦਾ ਹੈ। ਜੋ ਮੈਡੀਕਲ ਸਟੋਰਾਂ ਵਾਲੇ ਨੇ ਭਰਾ ਉਹ ਦਲੀਲ ਦੇ ਰਹੇ ਨੇ ਵੀ ਅਸੀਂ ਯਾਰ ਦੁਕਾਨਾਂ ਦਾ ਰੈਂਟ ਵੀ ਦੇਣਾ ਹੈ, ਅਸੀਂ 5 ਬੰਦਿਆਂ ਦੀਆਂ ਤਨਖਾਹਾਂ ਕਿੱਥੋਂ ਕੱਢਣੀਆਂ ਨੇ। ਤੇ ਜਿਹੜੇ ਮੈਡੀਕਲ ਸਟੋਰ ਨੇ 5 ਬੰਦੇ ਰੱਖੇ ਹੋਏ, ਇਹਦਾ ਮਤਲਬ ਉਹਨਾਂ ਦੀ ਸੇਲ ਹੈ ਤਾਂ 5 ਬੰਦੇ ਭਾਜੀ, ਕੋਈ ਮੇਰੀ ਸੇਲ ਨਹੀਂ ਹੈ, ਮੇਰੀ ਦੁਕਾਨ ਦੀ ਸੇਲ ਨਹੀਂ ਹੋ ਰਹੀ, ਤੇ ਮੈਂ ਬੰਦੇ ਕਿਸ ਲਈ ਰੱਖਾਂਗਾ? ਤੁਸੀਂ ਕਿਸੇ ਵੀ ਮੈਡੀਕਲ ਸ਼ਾਪ ਤੇ ਚਲੇ ਜਾਓ, ਕਿਸੇ ਵੀ ਦੁਕਾਨਦਾਰ ਦੇ ਮੈਡੀਕਲ ਤੇ ਦੇਖਦਾ ਹੋ 4 ਤੋਂ 5 ਬੰਦੇ ਜਿਹੜੇ ਵਿਅਕਤੀ ਉਹਨਾਂ ਦੇ ਸਰਵੈਂਟ ਹੁੰਦੇ ਆ। ਪਰ ਜਦੋਂ ਤੁਸੀਂ ਉਹਨਾਂ ਦੀ ਬੈਲੈਂਸ ਸ਼ੀਟ ਨੂੰ ਤੁਸੀਂ ਦੇਖਦੇ ਹੋ, ਜੋ ਸਰਕਾਰ ਨੂੰ ਦਿਖਾਉਂਦੇ ਆ, ਉੱਥੇ 1 ਜਾਂ 2 ਹੀ ਦਿਖਾਏ ਜਾਂਦੇ ਆ। ਪਰ ਯਾਰ ਇਹ ਕਿੱਥੋਂ ਦੀ ਭਲਾਈ ਹੈ? 5 ਵਾਲੀ ਦਵਾਈ ਤੁਸੀਂ 250 ਦੀ ਵੇਚ ਦਿਓ, 5 ਵਾਲੀ ਤੁਸੀਂ 105 ਦੀ ਵੇਚ ਦਿਓ। ਬਹੁਤ ਸਾਰੇ ਹੁਣ ਲੋਕ ਕਮੈਂਟ ਕਰਨਗੇ ਵੀ ਅਸੀਂ ਤਾਂ ਜੀ ਇੰਨਾ ਦਿੰਦੇ ਹਾਂ। ਠੀਕ ਹੈ, ਮੈਂ ਵੀ ਕਹਿੰਦਾ ਨਹੀਂ ਹਾਂ, 98% ਲੋਕਾਂ ਨੂੰ ਮੈਂ ਇਮਾਨਦਾਰ ਮੰਨ ਲੈਂਦਾ, 2% ਨੇ ਤਾਂ ਠੱਗੀ ਕਰਕੇ ਕਿਸੇ ਗਰੀਬ ਨੂੰ ਲੁੱਟਿਆ ਨਾ। ਅਸੀਂ ਤਾਂ ਚਾਹੁੰਦੇ ਹਾਂ ਵੀ ਇੱਕ ਵੀ ਬੰਦਾ ਕਿ ਲੁੱਟ ਦਾ ਸ਼ਿਕਾਰ ਨਾ ਹੋਵੇ, ਕਿਸੇ ਦੀ ਠੱਗੀ ਦਾ ਸ਼ਿਕਾਰ ਨਾ ਹੋਵੇ। ਤੇ ਜੇ ਇੱਕ ਵੀ ਬੰਦਾ ਹੋਏਗਾ ਤਾਂ ਅਸੀਂ ਉਹਦੇ ਉਂਗਲ ਚੁੱਕਾਂਗੇ, ਉਹਨੂੰ ਸਵਾਲ ਕਰਾਂਗੇ। ਤੇ ਬਲਜਿੰਦਰ ਸਿੰਘ ਜਿੰਦੂ ਨੇ ਜੋ ਵੀ ਜੇ 5 ਦਵਾਈਆਂ ਦੀ ਵੀ ਉਹਨਾਂ ਨੇ ਗੱਲ ਕੀਤੀ ਹੈ ਤਾਂ ਉਹ 5 ਦਵਾਈਆਂ ਲਈ ਵੀ ਅਸੀਂ ਉਹਨਾਂ ਦੇ ਨਾਲ ਹੈਗੇ ਹਾਂ। ਬੀਤੇ ਦਿਨੀ ਗੁਰੂ ਨਾਨਕ ਮੋਦੀਖਾਨਾ ਚਲਾਉਣ ਵਾਲੇ ਬਲਜਿੰਦਰ ਸਿੰਘ ਜਿੰਦੂ ਵੱਲੋਂ ਦਵਾਈਆਂ ਦੀ ਕੀਮਤਾਂ ਨੂੰ ਲੈ ਕੇ ਵੀਡੀਓ ਪਾਈ ਗਈ ਕਿ ਕਿਹੜੀ ਦਵਾਈ ਕਿੰਨੇ ਦੀ ਪੈਂਦੀ ਹੈ ਤੇ ਕਿੰਨੇ ਦੀ ਅੱਗੇ ਵੇਚੀ ਜਾਂਦੀ ਹੈ, ਜਿਸ ਤੋਂ ਬਾਅਦ ਲੋਕਾਂ ਵੱਲੋਂ ਕਾਫੀ ਜ਼ਿਆਦਾ ਦਵਾਈ ਬਣਾਉਣ ਵਾਲੀਆਂ ਕੰਪਨੀਆਂ, ਮੈਡੀਕਲ ਸਟੋਰਾਂ ਤੇ ਹੋਰ ਜਿਹੜੇ ਇਸ ਦਵਾਈਆਂ ਬਣਾਉਣ ਦੇ ਵਿੱਚ ਸ਼ਾਮਿਲ ਨੇ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਨਾਲ ਸਰਕਾਰ 'ਤੇ ਵੀ ਸਵਾਲ ਚੁੱਕੇ ਜਾ ਰਹੇ ਨੇ ਕਿ ਇੰਨੀ ਘੱਟ ਮੁੱਲ ਦੀ ਦਵਾਈ ਇੰਨੀ ਜ਼ਿਆਦਾ ਮਹਿੰਗੀ ਵੇਚਣ ਦੀ ਇਜਾਜ਼ਤ ਦਿੱਤੀ ਤਾਂ ਦਿੱਤੀ ਕਿਸ ਨੇ? ਜਦੋਂ ਇਹ ਬਲਜਿੰਦਰ ਸਿੰਘ ਜਿੰਦੂ ਇਹ ਮਸਲੇ ਨੂੰ ਅੱਗੇ ਲਿਆਉਂਦੇ ਨੇ ਤਾਂ ਉਸ ਤੋਂ ਬਾਅਦ ਬਹੁਤ ਸਾਰੇ ਮੈਡੀਕਲ ਸਟੋਰ ਵਾਲੇ, ਯੂਨੀਅਨਾਂ ਤੇ ਦਵਾਈ ਦੀਆਂ ਕੰਪਨੀਆਂ ਦੇ ਨਾਲ ਜੁੜੇ ਹੋਏ ਲੋਕ ਦਲੀਲਾਂ ਦੇ ਰਹੇ ਨੇ ਕਿ ਹਰੇਕ ਦਵਾਈ ਇਸ ਤਰ੍ਹਾਂ ਨਹੀਂ ਹੈਗੀ ਤੇ ਇਹ ਕਿਹਾ ਜਾ ਰਿਹਾ ਵੀ ਜਿੰਦੂ ਨੂੰ ਅਧੂਰੀ ਜਾਣਕਾਰੀ ਹੈ। ਪਰ ਮੈਂ ਕਹਿੰਦਾ ਬਈ ਜਿਹੜੀਆਂ ਦਵਾਈਆਂ ਚਾਹੇ ਉਹ 5-7 ਸੀ, ਜੇ ਉਹ 5 ਰੁਪਏ ਦੀ ਪੈਂਦੀ ਹੈ ਤਾਂ
ਕਿਸ ਨੇ 150 ਰੁਪਇਆ ਦੇ ਮੁੱਲ ਦੇ ਨਾਲ ਵੇਚਣ ਦੀ ਇਜਾਜ਼ਤ ਦਿੱਤੀ। ਤੇ ਹੁਣ ਬਹੁਤ ਸਾਰੇ ਲੋਕ ਬਲਜਿੰਦਰ ਸਿੰਘ ਜਿੰਦੂ ਦੇ ਪਿੱਛੇ ਪਏ ਹੋਏ ਆ। ਕਾਰਵਾਈ ਕਰਵਾਉਣ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਨੇ। ਗੱਲਾਂ ਸਾਹਮਣੇ ਇਹ ਵੀ ਆ ਰਹੀਆਂ ਨੇ ਕਿ ਬਲਜਿੰਦਰ ਸਿੰਘ ਜਿੰਦੂ ਤੇ ਵੱਖ-ਵੱਖ ਰਾਜਾਂ ਦੇ ਵਿੱਚ ਬੰਬੇ, ਬੰਗਲੌਰ, ਦਿੱਲੀ ਇਸ ਤਰ੍ਹਾਂ ਕਰਕੇ ਡੈਫਾਮੇਸ਼ਨ ਦੇ ਕੇਸ ਫਾਈਲ ਕਰਕੇ ਤਾਂ ਜੋ ਉਸ ਨੂੰ ਹਰਾਸ ਕੀਤਾ ਜਾ ਸਕੇ। ਅਜਿਹੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ। ਇਹ ਕੇਸ ਹੁੰਦੇ ਨੇ ਜਾਂ ਫਿਰ ਲੋਕ ਚਰਚਾ ਹੀ ਹੈ, ਪਰ ਲੋਕ ਇਹ ਜ਼ਰੂਰ ਜਾਣਨਾ ਚਾਹੁੰਦੇ ਆ ਵੀ ਇਹਦੇ ਵਿੱਚ ਹੁਣ ਕਾਨੂੰਨੀ ਪੱਖ ਕੀ ਰਹੇਗਾ, ਇਸ ਦੇ ਵਿੱਚ ਜਿੰਦੂ ਉੱਤੇ ਕੀ ਕਾਰਵਾਈ ਹੋ ਸਕਦੀ ਹੈ। ਜਿਹੜੇ ਜਿੰਦੂ ਦੇ ਵਿਰੋਧੀ ਨੇ ਉਹ ਇਹ ਜਾਣਨਾ ਚਾਹੁੰਦੇ ਨੇ, ਤੇ ਜਿਹੜੇ ਜਿੰਦੂ ਦੇ ਪੱਖ ਦੇ ਵਿੱਚ ਨੇ, ਜੇ ਆਮ ਲੋਕ ਨੇ ਜਿਹੜੇ, ਉਹ ਜਾਣਨਾ ਚਾਹੁੰਦੇ ਨੇ ਵੀ ਦਵਾਈਆਂ ਦੀਆਂ ਇਹਨਾਂ ਕੰਪਨੀਆਂ ਦੇ ਉੱਤੇ ਕੀ ਕਾਰਵਾਈ ਕੀਤੀ ਜਾ ਸਕਦੀ ਹੈ ਤੇ ਕਿਵੇਂ ਕੀਤੀ ਜਾ ਸਕਦੀ ਹੈ। ਅਸੀਂ ਕਾਨੂੰਨਨ ਤੌਰ ਤੇ ਇਹ ਸਾਰੀ ਗੱਲ ਜਾਣਨੀ ਹੈ। ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਹਾਜ਼ਰ ਨੇ ਐਡਵੋਕੇਟ ਕਮਲ ਸੈਣੀ ਜੀ, ਜਿਹੜੇ ਇਸ ਮੁੱਦੇ ਦੇ ਉੱਤੇ ਗੱਲ ਕਾਨੂੰਨਨ ਤੌਰ ਤੇ ਕਰਨਗੇ। ਕੀ ਹੋ ਸਕਦਾ ਹੈ, ਕੀ ਹੈਗਾ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਕਮਲ ਜੀ। ਤੁਹਾਡਾ ਜੀ, ਮੇਰਾ ਸਾਰੇ ਪੰਜਾਬੀ ਲੋਕ ਚੈਨਲ ਦੇਖ ਰਹੇ ਦੇਸ਼ ਵਿਦੇਸ਼ ਵੀ ਦਰਸ਼ਕਾਂ ਨੂੰ ਬਹੁਤ ਬਹੁਤ ਧੰਨਵਾਦ ਔਰ ਸਭ ਨੂੰ ਸਤਿ ਸ਼੍ਰੀ ਅਕਾਲ ਜੀ। ਕਮਲ ਜੀ, ਕਿਵੇਂ ਵੇਖਦੇ ਹੋ, ਕਿਉਂਕਿ ਬਹੁਤ ਸਾਰੇ ਲੋਕ ਇਹ ਜਾਣਨਾ ਚਾਹੁੰਦੇ ਨੇ ਵੀ ਜਿੰਦੂ ਦੇ ਮਾਮਲੇ ਦੇ ਵਿੱਚ ਕਾਰਵਾਈ ਕੀ ਹੋ ਸਕਦੀ ਹੈ। ਸਭ ਤੋਂ ਪਹਿਲਾਂ ਸਵਾਲ ਤਾਂ ਇਹੀ ਕਰਾਂਗਾ ਵੀ ਜਿੰਦੂ ਨੇ ਜੋ ਕੁਝ ਕੀਤਾ ਉਹਨੂੰ ਤੁਸੀਂ ਵੈਸੇ ਕਿਵੇਂ ਵੇਖਦੇ ਹੋ, ਇੱਕ ਇਨਸਾਨ ਹੋਣ ਦੇ ਨਾਤੇ, ਇੱਕ ਵਕੀਲ ਹੋਣ ਦੇ ਨਾਤੇ ਜੀ? ਦੇਖੋ ਜੀ, ਸਭ ਤੋਂ ਪਹਿਲਾਂ ਜਿਹੜਾ ਬਲਜਿੰਦਰ ਸਿੰਘ ਜਿੰਦੂ ਜੀ ਨੇ ਬੀਇੰਗ ਏ ਹਿਊਮਨ ਜੀ, ਜਿਹੜਾ ਇਹ ਬਹੁਤ ਵੱਡਾ ਗੈਪ ਹੈਗਾ ਸੇਲ ਪ੍ਰਾਈਸ ਦਾ, ਮੈਨੂਫੈਕਚਰਿੰਗ ਪ੍ਰਾਈਸ ਦਾ ਔਰ ਪਬਲਿਕ ਵਿੱਚ ਜਾਣ ਦਾ ਜੀ, ਉਹ ਲੋਕਾਂ ਦੇ ਸਾਹਮਣੇ ਲੈ ਕੇ ਆਂਦਾ ਔਰ ਇਹ ਬਹੁਤ ਸਹੀ ਔਰ ਕੌੜੀ ਸੱਚਾਈ ਹੈ। ਤੁਸੀਂ ਮਾਰਕੀਟ ਦੇ ਵਿੱਚ ਕਿਸੇ ਵੀ ਮੈਡੀਕਲ ਸਟੋਰ ਦੇ ਕੋਲ ਚਲੇ ਜਾਓ, ਜਿਹੜਾ ਤੁਹਾਡਾ ਜਾਣਕਾਰ ਹੈ ਉਹ ਤੁਹਾਨੂੰ ਕਈ ਵਾਰੀ 10 ਤੋਂ 20%, 20 ਤੋਂ 30% ਵੀ ਡਿਸਕਾਊਂਟ ਕਰ ਦਿੰਦਾ। ਜਿਹੜੇ ਬਿਲਕੁਲ ਤੁਹਾਨੂੰ ਪ੍ਰਿੰਟ ਰੇਟ ਵੀ ਦਿੰਦੇ ਨੇ, ਕੁਛ ਇੱਦਾਂ ਦੇ ਦੁਕਾਨਦਾਰ ਵੀ ਹੈਗੇ ਨੇ। ਅਗਰ ਤੁਹਾਡਾ ਕੋਈ ਹੋਲਸੇਲਰ ਵਾਕਫ ਹੈਗਾ ਹੈ ਤਾਂ ਉਹ ਤੁਹਾਨੂੰ ਬਹੁਤ ਘੱਟ ਜਿਹੜੀ ਰਿਟੇਲ ਪ੍ਰਾਈਸ ਹੈ ਉਹਦੇ ਨਾਲੋਂ ਵੀ ਬਹੁਤ ਘੱਟ ਉਹ ਦਵਾਈ ਦਿੰਦਾ ਹੈਗਾ ਮੁੱਲ ਦੀ ਜੀ। ਸੋ ਇਹ ਜਿੰਦੂ ਜੀ ਨੇ ਬਹੁਤ ਲੋਕ ਹਿੱਤ ਦੀ ਗੱਲ ਕਰੀ ਹੈ ਔਰ ਖਾਸ ਕਰ ਕਿਉਂਕਿ ਜਿਸ ਸਮੇਂ ਪੂਰੇ ਵਰਲਡ ਦੇ ਵਿੱਚ ਕਰੋਨਾ ਕੋਵਿਡ-19 ਦਾ ਮਹਾਮਾਰੀ ਚੱਲ ਰਹੀ ਹੈ, ਉਸ ਸਮੇਂ ਜਿਹੜੀਆਂ ਦਵਾਈਆਂ ਨੇ ਚਾਹੇ ਉਹ ਕਿਸੇ ਕਿਸਮ ਦੀਆਂ ਹੋਣ, ਉਹਨਾਂ ਦੀ ਕੀਮਤ ਜਿਹੜੀ ਹੈ ਬਹੁਤ ਹੀ ਜ਼ਿਆਦਾ ਵਧੀ ਹੈ। ਮੈਡੀਕਲ ਸਟੋਰਾਂ ਦੇ ਵਿੱਚ ਲੋਕਡਾਊਨ ਦਾ ਬਹਾਨਾ ਲਗਾ ਕੇ, ਕਰਫਿਊ ਦਾ ਬਹਾਨਾ ਲਗਾ ਕੇ, ਸਪਲਾਈ ਦੀ ਘਾਟ ਦਿਖਾ ਕੇ ਜਿਹੜੀ ਮੈਕਸਿਮਮ ਪ੍ਰਾਈਸ ਹੈ ਉਹਨਾਂ ਨੇ ਉਸ ਤੋਂ ਵੀ ਵੱਧ ਲੋਕਾਂ ਦਾ ਰੇਟ ਜਿਹੜੇ ਆ ਦਵਾਈਆਂ ਲੈ ਕੇ ਉਹ ਦਵਾਈਆਂ ਲਈਆਂ ਨੇ। ਪਰ ਜਿੰਦੂ ਸਾਹਿਬ ਦਾ ਜਿਹੜਾ ਇਹ ਕਦਮ ਹੈ ਇਹ ਬਹੁਤ ਹੀ ਵਧੀਆ ਕਦਮ ਹੈ ਔਰ ਸਭ ਤੋਂ ਵੱਡਾ ਮਨੁੱਖਤਾ ਦੀ ਲੋਕ ਹਿੱਤ ਦਾ ਕਦਮ ਹੈ। ਬਿਲਕੁਲ, ਸੋ ਬਿਲਕੁਲ ਸਹੀ ਗੱਲ ਹੈ, ਕਿਉਂਕਿ ਇੱਥੇ ਇਹ ਵੀ ਦੱਸਦੀ ਹੈ ਕਿ ਬੇਸ਼ੱਕ ਮੀਡੀਆ ਨਿਰਪੱਖ ਹੁੰਦਾ ਹੈ, ਉਹਨੇ ਗੱਲ ਜਾਣਨੀ ਹੁੰਦੀ ਹੈ ਵੀ ਹਾਂ ਕੀ ਹੈ ਦੋਵਾਂ ਦੇ ਪੱਖ, ਪਰ ਜਦੋਂ ਗੱਲ ਲੋਕ ਹਿੱਤ ਦੀ ਹੋਵੇ, ਜੇ ਸਮਾਜ ਭਲਾਈ ਦੀ ਗੱਲ ਹੋਵੇ ਤਾਂ ਮੀਡੀਆ ਨੂੰ ਇੱਕ ਪੱਖੀ ਹੋਣਾ ਵੀ ਚਾਹੀਦਾ। ਮੈਂ ਕਹਿੰਦਾ ਵੀ ਸਮਾਜ ਪੱਖੀ ਹੋਣਾ ਚਾਹੀਦਾ। ਇੱਕ ਪੱਖੀ ਦਾ ਮਤਲਬ ਕਿ ਸਮਾਜ ਦੀ ਗੱਲ ਕਰਨੀ ਚਾਹੀਦੀ ਹੈ, ਕਿਉਂਕਿ ਮੀਡੀਆ ਦਾ ਕੰਮ ਹੀ ਸਮਾਜ ਦੇ ਮਾੜੇ ਜਿਹੜੇ ਪੱਖ ਹੈਗੇ ਨੇ ਉਹਨਾਂ ਦੇ ਖਿਲਾਫ ਡਟਣਾ ਹੈ। ਇਹ ਮੀਡੀਆ ਉਹਨਾਂ ਨੂੰ ਉਜਾਗਰ ਕਰਨਾ ਹੈ ਤੇ ਉਹਨਾਂ ਦਾ ਵਿਰੋਧ ਕਰਨਾ ਹੈ। ਸੋ ਅਸੀਂ ਵੀ ਜੇ ਅੱਜ ਬਲਜਿੰਦਰ ਸਿੰਘ ਜਿੰਦੂ ਦੇ ਉੱਤੇ ਕੋਈ ਭੀੜ ਪੈਂਦੀ ਹੈ ਤਾਂ ਅਸੀਂ ਬਿਲਕੁਲ ਨਾਲ ਹੈਗੇ ਹਾਂ। ਇਹ ਨਾ ਕਿ ਕਹੀਓ ਵੀ ਅਸੀਂ ਬਲਜਿੰਦਰ ਸਿੰਘ ਜਿੰਦੂ ਦੇ ਨਾਲ, ਅਸੀਂ ਉਹਨਾਂ ਦੇ ਵਿਚਾਰਾਂ ਦੇ, ਕਿਉਂਕਿ ਉਹਨਾਂ ਦੇ ਵਿਚਾਰ ਜਿਹੜੇ ਹੈਗੇ ਆ ਉਹ ਲੋਕ ਪੱਖੀ ਨੇ। ਪਰ ਬਹੁਤ ਸਾਰੇ ਮੈਡੀਕਲ ਸਟੋਰਾਂ ਨਾਲ ਜਦੋਂ ਗੱਲਬਾਤ ਹੁੰਦੀ ਹੈ, ਆਪਣੇ ਬਹੁਤ ਸਾਰੇ, ਇਹ ਨਹੀਂ ਕਹਿੰਦਾ ਮੈਂ ਵੀ ਸਾਰੇ ਹੀ ਮਾੜੇ ਹੋਣਗੇ, ਬਹੁਤ ਚੰਗੇ ਵੀ ਨੇ ਜੀ। ਜਦੋਂ ਉਹਨਾਂ ਨਾਲ ਗੱਲ ਹੁੰਦੀ ਹੈ ਤਾਂ ਉਹਨਾਂ ਨੇ ਇਹ ਗੱਲ ਦੱਸੀ ਹੈ ਵੀ ਹੁਣ ਬਲਜਿੰਦਰ ਸਿੰਘ ਜਿੰਦੂ ਤੇ ਵੱਡੀ ਕਾਰਵਾਈ ਕਰਵਾਉਣ ਦੀ ਤਿਆਰੀ ਹੈ। ਬੰਗਲੌਰ, ਬੰਬੇ ਤੱਕ ਜਿਹੜੇ ਹੈਗੇ ਆ ਉਹਨਾਂ ਤੇ ਡੈਫਾਮੇਸ਼ਨ ਪਵਾ ਕੇ ਤਾਂ ਕਿ ਉਹਨਾਂ ਨੂੰ ਹਰਾਸ ਕੀਤਾ ਜਾ ਸਕੇ। ਇਸ ਤਰ੍ਹਾਂ ਦਾ ਕਾਨੂੰਨ ਕੀ ਕਹਿੰਦਾ ਜੀ ਇਸ ਮਾਮਲੇ 'ਚ? ਦੇਖੋ ਜੀ, ਇਸ ਵਿੱਚ ਕਾਨੂੰਨ ਬੜਾ ਸਪਸ਼ਟ ਹੈ। ਜੋ ਡੈਫਾਮੇਸ਼ਨ ਹੈ ਉਹ ਕਿਸੇ ਵੀ ਤਰ੍ਹਾਂ ਬਲਜਿੰਦਰ ਸਿੰਘ ਜਿੰਦੂ ਤੇ ਜਾਂ ਜੋ ਵੀ ਸਹੀ ਪ੍ਰਾਈਸ ਦੀ ਗੱਲ ਕਰਦਾ ਹੈ ਉਹ ਕਿਸੇ ਵੀ ਹਾਲਾਤ ਵਿੱਚ ਨਹੀਂ ਬਣਦੀ। ਡੈਫਾਮੇਸ਼ਨ 499 ਔਰ ਸੈਕਸ਼ਨ 500 IPC ਬੜਾ ਕਲੀਅਰ ਹੈ। ਡੈਫਾਮੇਸ਼ਨ ਕਿਸੇ ਹੋਰ ਸੰਦਰਭ ਦੇ ਵਿੱਚ ਹੈ। ਅਗਰ ਲੋਕ ਹਿੱਤ ਦੇ ਵਿੱਚ ਸੱਚਾਈ ਨੂੰ ਸਾਹਮਣੇ ਰੱਖ ਕੇ ਤੁਸੀਂ ਪਬਲਿਕ ਦੇ ਇੰਟਰਸਟ ਦੀ ਗੱਲ ਕਰਦੇ ਹੋ ਤਾਂ ਉਹ ਕਿਤੇ ਵੀ ਡੈਫਾਮੇਸ਼ਨ ਦੇ ਵਿੱਚ ਕਾਊਂਟ ਨਹੀਂ ਹੁੰਦੀ। ਇੱਥੋਂ ਤੱਕ ਇਵਨ ਕਿ ਜਿਹੜੀਆਂ ਸੈਸ਼ਨ ਕੋਰਟਸ ਨੇ ਜਾਂ ਹਾਈ ਕੋਰਟਸ, ਜਿੱਥੇ ਵੀ ਕੋਈ ਮੁਕੱਦਮਾ ਕਰਨਾ ਚਾਹਵੇ, ਮੁਕੱਦਮਾ ਕਰਨਾ ਉਸ ਬੰਦੇ ਦਾ ਰਾਈਟ ਹੈਗਾ, ਹਰ ਇੰਡੀਵਿਜੂਅਲ ਦਾ। ਪਰ ਲੇਕਿਨ ਕੋਰਟ ਨੇ ਇਹਨੂੰ ਕੰਸੀਡਰ ਨਹੀਂ ਕਰਨਾ ਹੈਗਾ ਕਿਉਂਕਿ ਇਹ ਬਾਈ ਐਂਡ ਲਾਰਜ ਲੋਕਾਂ ਦੇ ਇੰਟਰਸਟ ਦੀ ਗੱਲ ਹੈ। ਇਹ ਮੇਅਰ ਇੱਕ ਜਿਹੜੇ ਵੱਡੇ ਵੱਡੇ ਕਾਰਪੋਰੇਟ ਹਾਊਸ ਹੈਗੇ ਆ ਜਿਨ੍ਹਾਂ ਦਾ ਫਾਰਮਾਸਿਊਟੀਕਲ ਲਾਈਨ ਦੇ ਵਿੱਚ ਬਹੁਤ ਵੱਡਾ ਕਬਜ਼ਾ ਹੈ ਭਾਰਤ ਦੇ ਵਿੱਚ, ਉਹ ਲੋਕ ਹੁਣ ਤਿਲਮਿਲਾ ਉੱਠੇ ਨੇ ਕਿਉਂਕਿ ਸੋਸ਼ਲ ਮੀਡੀਆ ਦੀ ਤਾਕਤ ਔਰ ਜਿੰਦੂ ਦੀ ਜਿਹੜੀ ਆਵਾਜ਼ ਹੈ ਉਹ ਇੱਕ ਗਰੀਬ ਘਰ ਤੋਂ ਲੈ ਕੇ ਵੱਡੇ ਕਾਰਪੋਰੇਟ ਘਰਾਣੇ ਤੱਕ ਅਸਰ ਕਰ ਗਈ ਹੈ।
ਔਰ ਖਾਸ ਗੱਲ ਸਭ ਤੋਂ ਇਹ ਵੱਡੀ ਜਿਹੜੀ ਅਹਿਮ ਗੱਲ ਆ ਜਿਹੜੀ ਮੈਂ ਨਿੱਜੀ ਤੌਰ ਤੇ ਵੀ ਦੇਖਿਆ ਹੈ ਤੇ ਲੋਕਾਂ ਦੇ ਵਿੱਚ ਪਬਲਿਕ ਵਿੱਚ ਐਨਾਲਿਸਿਸ ਕਰਕੇ ਵੀ ਵੇਖਿਆ ਹੈ ਕਿ ਆਮ ਤੌਰ ਤੇ ਜਿਹੜਾ ਦਵਾਈਆਂ ਦਾ ਮੰਤਰਾਲਾ ਹੈ ਇਹ ਕੈਮੀਕਲ ਫਰਟੀਲਾਈਜ਼ਰ ਹੈਗਾ। ਜਿਹੜੀ ਫਾਰਮਾਸਿਊਟੀਕਲ ਨੂੰ ਕੰਟਰੋਲ ਕਰਦਾ ਹੈ ਉਹ ਇਹ ਮੰਤਰਾਲਾ ਹੈਗਾ। ਔਰ ਇਸ ਮੰਤਰਾਲੇ ਦੇ ਵਿੱਚ ਸਭ ਤੋਂ ਬੜੀ ਗੱਲ ਹੈ ਆਮ ਤੌਰ ਤੇ ਆਮ ਜਨ ਮਾਨਸ ਇਹਨੂੰ ਖੇਤੀਬਾੜੀ ਦੇ ਨਾਲ ਸੰਬੰਧਿਤ ਹੀ ਗਿਣਦਾ ਹੈ। ਲੋਕਾਂ ਦਾ ਅਸਰ ਜਿਹੜਾ ਜਾਂ ਧਿਆਨ ਹੈ ਉਹ ਇਸ ਮੰਤਰਾਲੇ ਤੇ ਘਟ ਜਾਂਦਾ ਹੈ। ਦੂਸਰੀ ਗੱਲ ਇਹ ਹੈ ਕਿ ਜਦੋਂ ਵੀ ਅਸੀਂ ਫਾਰਮੇਸੀ ਲਾਈਨ ਨੂੰ ਜਾਂ ਡਾਕਟਰੀ ਲਾਈਨ ਨੂੰ ਦੇਖਦੇ ਹਾਂ ਤਾਂ ਸਾਡੇ ਮਨ ਦੀ ਜਿਹੜੀ ਪਰਸੈਪਸ਼ਨ ਹੈ ਜਾਂ ਮਨ ਦੇ ਵਿੱਚ ਜਿਹੜੇ ਖਿਆਲ ਹੈ ਉਹ ਸਿਰਫ ਇੰਨੇ ਕੁ ਆ ਜਾਂਦੇ ਹੈ ਵੀ ਯਾਰ ਇਹ ਸਾਡੀ ਜਾਨ ਦੀ ਗੱਲ ਹੈ। ਇਸ ਕਰਕੇ ਇਹਨਾਂ ਦੀ ਪ੍ਰਾਈਸ, ਇਹਨਾਂ ਦੀ ਕੀਮਤ, ਇਹਨਾਂ ਦਾ ਜੋ ਵੀ ਖਰਚਾ ਹੈਗਾ ਉਹਦੇ ਵੱਲ ਅਸੀਂ ਘੱਟ ਧਿਆਨ ਦਿੰਦੇ ਹਾਂ। ਬੰਦਾ ਬਚਾਈਏ ਵੀ ਯਾਰ, ਅਸੀਂ ਆਪਣਾ ਬੰਦਾ ਬਚਾਈਏ। ਸੋ ਇਹਨਾਂ ਚੀਜ਼ਾਂ ਦਾ ਜਿਹੜਾ ਫਾਇਦਾ ਹੈਗਾ ਉਹ ਕੰਪਨੀਆਂ ਨੇ, ਵੱਡੀਆਂ ਕੰਪਨੀਆਂ ਨੇ, ਵੱਡੇ ਕਾਰਪੋਰੇਟ ਹਾਊਸਿਸ ਨੇ, ਪਾਲਿਸੀ ਮੇਕਰਸ ਜਿਹੜੇ ਹੈਗੇ ਨੇ ਜਾਂ ਜਿੰਨੇ ਵੀ ਨੀਤੀ ਘਾੜੇ ਸਾਡੇ ਹੈਗੇ ਆ ਜਾਂ ਅਫਸਰਸ਼ਾਹੀ ਜਿਨ੍ਹਾਂ ਇਹਨੂੰ ਧਰਾਤਲ ਤੇ ਲੈ ਕੇ ਆਉਣਾ ਹੈਗਾ ਉਹਨਾਂ ਨੇ ਬੜਾ ਫਾਇਦਾ ਉਠਾਇਆ ਪਿਛਲੇ ਲੰਮੇ ਸਮੇਂ ਤੋਂ। ਪ੍ਰਾਈਸਿਸ ਦਾ ਜਿਹੜਾ ਗੈਪ ਹੈਗਾ ਉਹ ਬਹੁਤ ਜ਼ਿਆਦਾ ਹੈਗਾ। ਮੈਂ ਨਿੱਜੀ ਤੌਰ ਤੇ ਤੁਹਾਨੂੰ ਜਗਦੀਪ ਜੀ ਦੱਸਦੇ ਹਾਂ, ਮੇਰੇ ਮਦਰ ਪਿਛਲੇ 12 ਸਾਲਾਂ ਤੋਂ ਹਾਰਟ ਪੇਸ਼ੈਂਟ ਨੇ ਜੀ। 2-3 ਦੁਕਾਨਦਾਰਾਂ ਤੋਂ ਮੈਂ ਅਲੱਗ-ਅਲੱਗ ਦਵਾਈ ਲੈਂਦਾ ਸੀ ਤੇ ਇੱਕ ਨਾਲ ਉਹ ਗੈਸ ਦੀ ਦਵਾਈ ਜ਼ਰੂਰ ਦਿੰਦੇ ਸੀ ਕਿ ਸਿਪਲਾ ਦਾ ਪੈਂਟੋਸੈਟ ਜੀ, ਕਿਉਂਕਿ ਜਦੋਂ ਤੁਸੀਂ ਇੰਗਲਿਸ਼ ਦਵਾਈਆਂ ਨੂੰ ਜ਼ਿਆਦਾ ਖਾਂਦੇ ਹੋ ਤਾਂ ਤੁਹਾਨੂੰ ਗੈਸ ਦੀ ਪ੍ਰੋਬਲਮ ਆਉਂਦੀ ਹੈ ਜੀ। ਤੇ ਪਹਿਲਾਂ ਉਹ ਦਵਾਈ ਮੈਂ 90 ਰੁਪਏ ਦੀ ਲੈਂਦਾ ਸੀ। ਪ੍ਰਿੰਟ ਕਿੰਨਾ ਸੀ ਜੀ ਉਹਦਾ? ਉਹਦਾ ਪ੍ਰਿੰਟ ਪਹਿਲਾਂ 90 ਹੀ ਸੀ। ਪਹਿਲਾਂ ਜਦੋਂ ਮੈਨੂੰ ਦਵਾਈ ਮਿਲਦੀ ਸੀ ਉਹ 90 ਦੀ ਮਿਲਦੀ ਸੀ। ਉਸ ਤੋਂ ਬਾਅਦ ਕੁਛ ਕੁ ਫਾਰਮੇਸੀ ਲਾਈਨ ਵਾਲੇ ਮੇਰੇ ਜਾਣਕਾਰ ਸੀ, ਮੇਰੇ ਪ੍ਰੋਫੈਸ਼ਨ ਕਰਕੇ ਉਹ ਮੇਰੇ ਥੋੜ੍ਹਾ ਰਿਗਾਰਡ ਕਰਨ ਲੱਗ ਗਏ। ਇੱਕ ਬੰਦਾ ਰੋਪੜ ਦੁਕਾਨਦਾਰ ਹੈਗਾ, ਉਹਨੇ ਮੈਨੂੰ ਉਹ 65 ਦੀ ਦੇਣੀ ਸ਼ੁਰੂ ਕਰ ਦਿੱਤੀ। ਮੈਂ ਉਹਦਾ ਬੜਾ ਸ਼ੁਕਰੀਆ ਕਰਨਾ ਕਿ ਜੀ ਉਹ 90 ਰੁਪਏ ਦਾ ਪੱਤਾ ਸੀ, ਤੁਸੀਂ 65 ਦਾ ਦਿੰਦੇ ਹੋ, ਠੀਕ ਹੈ। ਪਿਛਲੇ 2 ਸਾਲਾਂ ਦੌਰਾਨ ਉਹਦੀ ਪ੍ਰਾਈਸ ਵੀ ਵਧੀਆ ਹੈ, 118 ਦਾ ਪ੍ਰਿੰਟ ਰੇਟ ਹੋਇਆ ਹੈ। ਪਰ ਮੇਰੇ ਇੱਕ ਹੋਰ ਵੱਡੇ ਜਾਣਕਾਰ ਮਿਲ ਗਏ ਜਿਨ੍ਹਾਂ ਦੀ ਮੇਰੇ ਕੋਲ ਕਾਫੀ ਕਾਨੂੰਨੀ ਸਲਾਹ ਲੈਣ ਆਉਂਦੇ ਸੀ। ਉਹ ਪੱਤਾ ਮੈਨੂੰ ਉਹ 25 ਰੁਪਏ ਦਾ ਦਿੰਦੇ ਆ। ਅੱਛਾ ਜੀ। ਤਾਂ ਤੁਸੀਂ ਖੁਦ ਅੰਦਾਜ਼ਾ ਲਾ ਲਓ ਵੀ ਜਿਹੜਾ ਵੱਡਾ ਡੀਲਰ ਹੈ ਉਹ 25 ਰੁਪਏ ਦਾ ਦੇ ਰਿਹਾ ਹੈ ਤੇ ਜਿਹੜਾ ਇੱਕ ਰਿਟੇਲਰ ਹੈਗਾ ਆਮ ਮਾਰਕੀਟ ਦੇ ਵਿੱਚ ਬੈਠਦਾ ਉਹ 65 ਦਾ ਵੀ ਦੇ ਰਿਹਾ ਹੈ, 90 ਦਾ ਵੀ ਵੇਚ ਰਿਹਾ ਹੈ। ਤੇ ਉਹ ਕਿੰਨਾ ਜਿਹੜਾ ਆਮ ਜਨਤਾ ਨੂੰ, ਜਿਹੜੀ ਜਨਤਾ ਦਾ ਜਿਹਦਾ ਕੋਈ ਲੈਣਾ ਦੇਣਾ ਕਿਸੇ ਦੇ ਨਾਲ ਹੈ ਹੀ ਨਹੀਂ, ਸਿਰਫ ਆਪਣੇ ਘਰ ਤੋਂ ਦਵਾਈ ਲੈਣ ਆਉਣਾ ਹੈ, ਉਸ ਜਨਤਾ ਦੀ ਕਿੰਨੀ ਸਿੱਧੀ ਭਾਸ਼ਾ ਦੇ ਵਿੱਚ ਲੁੱਟ ਖਸੁੱਟ ਹੈ ਜਿਹੜੀ ਉਹ ਇਹ ਕੰਪਨੀਆਂ ਵਾਲੇ ਜਾਂ ਰਿਟੇਲਰ ਜਾਂ ਇਹ ਦੁਕਾਨਦਾਰ ਮੁਨਾਫਾਖੋਰੀ ਕਿੰਨੀ ਕਰਦੇ ਨੇ। ਬਿਲਕੁਲ, ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਪੈਂਟੋਸੈਡ, ਤੁਸੀਂ ਡਾਇਰੈਕਟਲੀ ਨਾਮ ਵੀ ਲੈ ਰਹੇ ਹੋ, ਇਹ ਕੈਮੀਕਲ ਦਾ ਨਾਮ ਤੇ ਨਹੀਂ ਹੈ, ਇਹ ਤੇ ਇੱਕ ਬ੍ਰਾਂਡ ਹੈ ਕੰਪਨੀ ਦਾ। ਇਹਦਾ ਇੱਕ ਬ੍ਰਾਂਡ ਆ। ਹਾਂ, ਇਹ ਟ੍ਰੇਡਮਾਰਕ ਹੈ, ਇੱਕ ਟ੍ਰੇਡਮਾਰਕ ਹੈ। ਤੇ ਇਹ ਜਦੋਂ ਗੱਲ ਕਰਦੇ ਆ ਵੀ ਜਿੰਦੂ ਨੇ ਜੀ ਜਿਹੜੀਆਂ ਦਵਾਈਆਂ ਦਾ ਖਲਾਰਾ ਪਾਤਾ ਜੀ, ਜਿੰਦੂ ਨੂੰ ਅਧੂਰੀ ਨੌਲੇਜ ਹੈ, ਉਹ ਤਾਂ ਇੱਕ ਜੈਨਰਿਕ ਹੈ ਜੀ ਸਾਰੀਆਂ। ਤੇ ਇਹ ਜਿਹੜੀ ਤੁਸੀਂ ਗੱਲ ਦੱਸਦੇ ਹੋ ਇਹ ਤੇ ਜੈਨਰਿਕ, ਇਹ ਤੇ ਸਿਪਲਾ ਦੀ ਬਹੁਤ ਵੱਡੀ ਕੰਪਨੀ ਹੈ ਜੀ, ਬਹੁਤ ਵੱਡੀ ਕੰਪਨੀ ਹੈ, ਵਰਲਡ ਦੇ ਵਿੱਚ ਨਾਮ ਚੱਲਦਾ ਹੈ। ਜੇ ਦੇਖਿਆ ਜਾਵੇ ਪੂਰੇ ਹਿੰਦੁਸਤਾਨ ਦੇ ਵਿੱਚ ਬਹੁਤ ਵੱਡਾ ਹਿੱਸਾ ਜਿਹੜਾ ਉਹ ਫਾਰਮਾਸਿਊਟੀਕਲ ਲਾਈਨ ਦੇ ਵਿੱਚ ਡਰੱਗਸ ਦੇ ਵਿੱਚ ਸਿਪਲਾ ਦਾ ਐਗਜ਼ਿਸਟ ਕਰਦਾ ਹੈਗਾ ਜੀ। ਔਰ ਸਿਪਲਾ ਦੀ ਦਵਾਈ ਲੈ ਬ੍ਰਾਂਡ ਦਾ ਨਾਮ ਲੈ ਕੇ ਤੁਸੀਂ ਖੁਦ ਆਪਣੇ ਆਪ ਨੂੰ ਸੈਟੀਸਫਾਈ ਮਹਿਸੂਸ ਕਰਦੇ ਹੋ ਜੀ। ਸੋ ਇਦਾਂ ਦੀ ਪਰਸੈਪਸ਼ਨ ਜਿਹੜੀ ਸਾਡੇ ਮਨਾਂ ਦੇ ਵਿੱਚ ਵੀ ਬਣੀ ਹੋਈ ਹੈ। ਪਰ ਗੈਪ ਜਿਹੜਾ ਹੈ ਦਵਾਈਆਂ ਦਾ ਉਹ ਬਹੁਤ ਆ। ਉਹ ਜਿੰਦੂ ਜੀ ਨੇ ਜਿਹੜਾ ਇਹ ਮਸਲਾ ਹੈ ਬਹੁਤ ਹੀ ਸਹੀ ਸਮੇਂ ਔਰ ਲੋਕਾਂ ਦੇ ਸਹੀ ਹਿੱਤ ਦੇ ਲਈ ਉਠਾਇਆ। ਬਿਲਕੁਲ। ਸੋ ਮੈਡੀਕਲ ਸਟੋਰ ਵਾਲੇ ਵੀ ਜਿਹੜੇ ਭਰਾ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਹੋ ਰਹੇ ਨੇ, ਉਹ ਦਲੀਲ ਦੇ ਰਹੇ ਨੇ ਵੀ ਯਾਰ ਸਾਰੀਆਂ ਦਵਾਈਆਂ ਅਜਿਹੀਆਂ ਨਹੀਂ ਹੈਗੀਆਂ, ਅਸੀਂ ਤੁਹਾਡੇ ਨਾਲ ਵੀ ਸਹਿਮਤ ਹਾਂ, ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ, ਤੁਹਾਨੂੰ ਮਿਲਦੀ ਹੈ ਤੇ ਤੁਸੀਂ ਵੇਚ ਦਿਓ। ਜਿਹਦਾ ਜਿੰਨਾ ਕੁ ਜ਼ਮੀਰ ਜਾਗਦਾ ਉਨਾ ਕੁ ਘੱਟ ਕਰ ਦਿੰਦਾ ਹੈ ਪੈਸੇ। ਪਰ ਗੱਲ ਤਾਂ ਇੱਥੇ ਆ ਜਾਂਦੀ ਹੈ ਨਾ ਵੀ ਤੁਸੀਂ ਕਹਿੰਦੇ ਹੋ ਵੀ ਇਹ ਜੈਨਰਿਕ ਹੈ, ਜੈਨਰਿਕ ਨਹੀਂ। ਜਿੰਦੂ ਨੇ ਹਰ ਇੱਕ ਦਵਾਈ ਦਾ ਨਾਮ ਲਿਆ ਏ, ਉਹਨੂੰ ਲੋਕਲ ਕੰਪਨੀ ਤੁਸੀਂ ਕਹਿ ਲਿਓ ਵੀ ਇਹ ਲੋਕਲ ਦਵਾਈ ਹੈ, ਕਿਸੇ ਕੰਪਨੀ ਦੀ ਦਵਾਈ ਹੈ। ਉਹ ਜੈਨਰਿਕ ਤਾਂ ਇਹ ਹੋਊਗਾ ਵੀ ਜਿਹਦਾ ਕੋਈ ਨਾਮ ਹੀ ਨਹੀਂ ਹੈ, ਸਿਰਫ ਸਾਲਟ ਨੇਮ ਹੈ, ਸਾਲਟ ਨੇਮ ਨੂੰ ਜੈਨਰਿਕ ਕਿਹਾ ਜਾਂਦਾ। ਸੋ ਜੈਨਰਿਕ ਕਹਿ ਕੇ ਇੱਕ ਜੈਨਰਿਕ ਨਾਮ ਲੈ ਕੇ ਗੁੰਮਰਾਹ ਨਾ ਕੀਤਾ ਜਾਵੇ ਲੋਕਾਂ ਨੂੰ ਵੀ। ਮੰਨ ਲਓ 1% ਜੀ ਇਹ ਕਰ ਲੈਂਦੇ ਆ ਕਿਸੇ ਤਰ੍ਹਾਂ ਵੀ ਹਾਂਜੀ ਕੇਸ ਦਾਇਰ ਕਰਤਾ, ਕਿ ਲੋਕਾਂ ਨੂੰ ਇਹ ਅਧਿਕਾਰ ਹੈਗਾ ਹੈ। ਘਰ ਘਰ ਦੇ ਵਿੱਚ ਲੋਕਾਂ ਕੋਲ ਦਵਾਈਆਂ ਦੇ ਪੱਤੇ ਪਏ ਆ, ਕਿ ਲੋਕਾਂ ਨੂੰ ਇੰਨਾ ਕੁ ਅਧਿਕਾਰ ਹੈਗਾ ਵੀ ਜਿਹੜੀ ਅਥਾਰਟੀ ਦਵਾਈਆਂ ਦੀਆਂ ਕੀਮਤਾਂ ਤੈਅ ਕਰਦੀ ਹੈ ਤੇ ਕੰਪਨੀ ਜਿਹੜੀ 5 ਵਾਲੀ ਨੂੰ 250 ਦਾ ਪ੍ਰਿੰਟ ਲਾਉਂਦੀ ਹੈ ਵੀ ਆਪਣਾ ਪੱਤਾ ਚੱਕਣ ਜੀ ਘਰ ਤੋਂ, ਵੀ
ਪਤਾ ਕਰ ਲੈਣ ਰੇਟ ਵੀ ਅਸੀਂ 5 ਵਾਲਾ ਜੀ 250 ਨੂੰ ਖਰੀਦਿਆ ਹੋਇਆ ਤੇ ਕੰਪਨੀ ਦੇ ਉੱਤੇ ਕਿਸੇ ਤਰ੍ਹਾਂ ਦਾ ਕੇਸ ਕਰਨ ਜਾਂ ਅਥਾਰਟੀ ਦੇ ਉੱਤੇ ਉਸ ਉੱਤੇ ਕੇਸ ਕਰਨ ਦੀ ਸ਼ਮਤਾ ਲੋਕ ਰੱਖਦੇ ਆ ਜੀ? ਬਿਲਕੁਲ ਜੀ। ਦੇਖੋ, ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ ਹੈ ਸਾਡੀ, 1997 'ਚ ਹੋਂਦ ਵਿੱਚ ਆਈ ਸੀ ਜੀ। ਉਸ ਤੋਂ ਬਾਅਦ ਸਾਡੇ ਕੋਲ ਡਰੱਗ ਪ੍ਰਾਈਸ ਕੰਟਰੋਲ ਆਰਗੇਨਾਈਜੇਸ਼ਨ ਬਣੀ ਜੀ। ਉਸ ਤੋਂ ਬਾਅਦ ਸਾਡੇ ਕੋਲ ਨੈਸ਼ਨਲ ਲਿਸਟ ਆਫ ਐਜੈਂਸ਼ੀਅਲ ਮੈਡੀਸਨਸ ਬਣੀ। ਇੱਦਾਂ ਦੀਆਂ ਕਈ ਤਰ੍ਹਾਂ ਦੀਆਂ ਜਿਹੜੀਆਂ ਸਮੇਂ-ਸਮੇਂ ਸਿਰ ਮੰਤਰਾਲਿਆਂ ਨੇ ਬਣਾਈਆਂ ਬਈ ਕਿਹੜੀ ਪ੍ਰਾਈਸ ਹੈ, ਕਿਹੜੀ ਦਵਾਈ ਸਾਡੀ ਬਹੁਤ ਜ਼ਰੂਰੀ ਹੈ। ਲੋਕਾਂ ਦੇ ਵਿੱਚ ਨੌਲੇਜ ਦੀ ਘਾਟ ਸੀ ਔਰ ਸਭ ਤੋਂ ਵੱਡੀ ਗੱਲ ਹੈ ਅੰਡਰ ਸੈਕਸ਼ਨ 3 ਏਜੈਂਸ਼ੀਅਲ ਕਮੋਡਿਟੀਜ਼ ਐਕਟ ਦੇ ਵਿੱਚ ਇਹ ਫਾਲ ਕਰਦਾ ਹੈ। ਲੋਕਾਂ ਦੀ ਜਿੱਥੇ ਜਾਨ ਦੀ ਕੀਮਤ ਹੈ, ਜਿੱਥੇ ਲੋਕਾਂ ਦੇ ਇੰਟਰਸਟ ਦੀ ਗੱਲ ਹੈਗੀ ਹੈ, ਉੱਥੇ ਹਰ ਵਿਅਕਤੀ, ਚਾਹੇ ਉਹ ਇੰਡੀਵਿਜੂਅਲ ਹੈ, ਚਾਹੇ ਉਹ ਗਰੁੱਪ ਦੇ ਵਿੱਚ ਹੈਗਾ, ਉਹ IPC ਦੀ ਧਾਰਾ ਦੇ ਅਧੀਨ ਵੀ ਜਾ ਸਕਦਾ ਹੈ ਔਰ ਏਜੈਂਸ਼ੀਅਲ ਕਮੋਡਿਟੀ ਐਕਟ ਦੇ ਅਧੀਨ ਵੀ ਕੇਸ ਫਾਈਲ ਕਰ ਸਕਦਾ ਹੈ। ਔਰ ਹੋਰ ਕਈ ਅਸੀਂ ਦੇਖਦੇ ਹਾਂ ਕਿ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਵੀ ਹੈਗਾ ਹੈ, ਉਹਦੇ ਵਿੱਚ ਵੀ ਜਾ ਕੇ ਉਹ ਫਾਲ ਕਰ ਸਕਦਾ ਹੈ ਕਿ ਜੀ ਦੇਖੋ ਇਹਦੀ ਫਲਾਣੀ ਦੁਕਾਨ ਤੋਂ ਇੰਨੇ ਦੀ ਇਹ ਮੈਨੂੰ ਮਿਲੀ ਹੈਗੀ ਆ, ਫਲਾਣੀ ਦੁਕਾਨ ਮੈਨੂੰ ਇੰਨੇ ਦੀ ਦੇ ਰਹੀ ਹੈ। ਹਰ ਇੰਡੀਵਿਜੂਅਲ ਕੋਲ ਰਾਈਟ ਕੰਪਨੀ ਦੇ ਖਿਲਾਫ ਵੀ, ਰਿਟੇਲਰ ਦੇ ਖਿਲਾਫ ਵੀ, ਜਿੱਥੋਂ ਉਹਨੇ ਖਰੀਦੀ ਆ ਜਾਣ ਦਾ ਹੈ। ਸੋ ਬਿਲਕੁਲ ਜਿਹੜੇ ਲੋਕ ਕਹਿੰਦੇ ਨੇ, ਚਾਹੁੰਦੇ ਨੇ ਵੀ ਇਹ ਨਹੀਂ ਹੋਣਾ ਚਾਹੀਦਾ ਸੀ ਤੇ ਜਿੰਦੂ ਨੇ ਜੋ ਖੁਲਾਸੇ ਕੀਤੇ ਨੇ ਉਹ ਜਾਇਜ਼ ਨੇ। ਸੋ ਹੁਣ ਜੇਕਰ ਬਲਜਿੰਦਰ ਸਿੰਘ ਜਿੰਦੂ ਨੂੰ ਤੰਗ ਕਰਨ ਦੀਆਂ ਤਿਆਰੀਆਂ ਵਿੱਢੀਆਂ ਜਾ ਰਹੀਆਂ ਨੇ ਤਾਂ ਉਹ ਲੋਕਾਂ ਨੂੰ ਇੱਕ ਤਰੀਕਾ ਦੱਸਦੇ ਹਾਂ। ਅਸੀਂ ਵੀ ਇਹ ਇਸੇ ਕਰਕੇ ਦੱਸ ਰਹੇ ਹਾਂ ਕਿਉਂਕਿ ਅਸੀਂ ਸਮਾਜ ਹਿੱਤ ਦੇ ਵਿੱਚ ਪੱਤਰਕਾਰੀ ਕਰਦੇ ਹਾਂ। ਅਸੀਂ ਠੀਕ ਹੈ, ਤੁਸੀਂ ਸਾਨੂੰ ਇਹ ਨਾ ਕਹੋ ਵੀ ਇਹ ਚੈਨਲ ਨਿਰਪੱਖ ਨਹੀਂ ਹੈ, ਇੱਕ ਪੱਖੀ ਹੈ। ਅਸੀਂ ਸਮਾਜ ਪੱਖੀ ਕਹਿ ਲਿਓ ਸਾਨੂੰ। ਜਿੱਥੇ ਵੀ ਸਮਾਜ ਦੇ ਪੱਖ ਦੀ ਗੱਲ ਆਊਗੀ, ਹਿੱਤ ਦੀ ਗੱਲ ਆਊਗੀ ਲੋਕਾਂ ਦੇ, ਅਸੀਂ ਨਾਲ ਖੜਾਂਗੇ। ਇਸ ਵੇਲੇ ਬਲਜਿੰਦਰ ਸਿੰਘ ਜਿੰਦੂ ਨੇ ਚਾਹੇ 5 ਦਵਾਈਆਂ ਦਿਖਾਈਆਂ, ਅਸੀਂ ਤੁਹਾਡੇ ਵੀ ਨਾਲ ਆ ਕੈਮਿਸਟ ਵਾਲਿਆਂ ਦੇ ਵੀ ਹਾਂ ਠੀਕ ਹੈ, ਬਹੁਤ ਹਰੇਕ ਦਵਾਈ ਦਾ ਨਹੀਂ ਹੈ, ਅਸੀਂ ਹਰੇਕ ਚੀਜ਼ ਨੂੰ ਨਹੀਂ ਕਹਿੰਦੇ, ਪਰ ਤਰੀਕਾ ਇਹ ਹੈ ਵੀ ਜੇਕਰ ਬਲਜਿੰਦਰ ਸਿੰਘ ਜਿੰਦੂ ਦੇ ਉੱਤੇ ਹੁਣ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਕਿਸੇ ਤਰ੍ਹਾਂ ਦੇ ਡੈਫਾਮੇਸ਼ਨ ਕਰਨ ਦੀਆਂ ਜਾਂ ਹੋਰ ਕੇਸ ਪਾਉਣ ਦੀਆਂ, ਤਾਂ ਲੋਕ ਆਪੋ ਆਪਣੇ ਘਰਾਂ ਤੋਂ ਪੱਤਾ ਚੁੱਕਣ ਦਵਾਈ ਦਾ ਤੇ ਕੋਰਟ ਦੇ ਵਿੱਚ ਉਹਦਾ ਪਹਿਲਾਂ ਰੇਟ ਪਤਾ ਕਰ ਲੈਣ, ਫਿਰ ਕੋਰਟ ਦੇ ਵਿੱਚ ਕਲੇਮ ਕਰਨ ਵੀ ਇਹ 5 ਰੁਪਏ ਦੀ ਦਵਾਈ ਸਾਨੂੰ 250 ਰੁਪਏ ਦੀ ਵੇਚੀ ਗਈ ਹੈ। ਕਿਵੇਂ, ਕਿਹੜੀ ਕੰਪਨੀ ਨੇ ਵੇਚੀ, ਕੰਪਨੀ ਨੂੰ ਉਹਦੇ 'ਚ ਬਣਾਓ ਤੇ ਨਾਲ ਜੋ ਪਾਰਟੀ ਬਣਾਉਣੀਆਂ ਨਾਲ ਅਥਾਰਟੀ ਨੂੰ ਪਾਰਟੀ ਜ਼ਰੂਰ ਬਣਾਇਆ ਜਾਵੇ, ਜਿਵੇਂ ਵਕੀਲ ਸਾਹਿਬ ਦੱਸ ਚੁੱਕੇ ਨੇ। ਜਿਹੜੇ ਲੋਕ ਬਹੁਤ ਸਾਰੇ ਲੋਕ ਹੈ, ਚਲੋ ਕੰਪਨੀਆਂ ਦੇ ਨਾਲ ਲਈਏ, ਕੀ ਕੈਮਿਸਟ ਵਾਲੇ ਕਿਸੇ ਤਰ੍ਹਾਂ ਦੀ ਜਿੰਦੂ ਦੇ ਉੱਤੇ ਕਾਰਵਾਈ ਕੋਈ ਇੰਡੀਵਿਜੂਅਲ ਕਰਵਾ ਸਕਦਾ ਜੀ? ਦੇਖੋ, ਇੰਡੀਵਿਜੂਅਲੀ ਕਾਰਵਾਈ ਕਰਾਉਣੀ ਜਾਂ ਕਿਸੇ ਦੇ ਖਿਲਾਫ ਤੁਸੀਂ ਮੁਕੱਦਮਾ ਦਾਇਰ ਕਰਨਾ, ਉਹ ਤੁਹਾਨੂੰ ਸ਼ਾਇਦ ਕੋਈ ਨਹੀਂ ਰੋਕ ਸਕਦਾ। ਭਾਰਤ ਇੱਕ ਡੈਮੋਕ੍ਰੈਟਿਕ ਕੰਟਰੀ ਹੈ, ਤੁਸੀਂ ਕਿਸੇ ਦੇ ਵੀ ਖਿਲਾਫ ਜਾ ਕੇ ਕੋਈ ਵੀ ਦਰਖਾਸਤ ਦੇ ਸਕਦੇ ਹੋ। ਪਰ ਸਭ ਤੋਂ ਵੱਡੀ ਗੱਲ ਹੈ ਵੀ ਜਿਸ ਅਥਾਰਟੀ ਦੇ ਕੋਲ ਦਰਖਾਸਤ ਦੇਣੀ ਹੈ ਕੀ ਉਹ ਕੰਪੀਟੈਂਟ ਹੈ, ਫਰਦਰ ਜਿਸ ਵਿਸ਼ੇ ਦੇ ਵਿੱਚ ਦੇਣੀ ਹੈ ਕੀ ਉਹ ਵਿਸ਼ਾ ਜਿਹੜਾ ਵਾਕਈ ਉਹਨਾਂ ਨੂੰ ਵਿਕਟਮ ਕਰਦਾ ਹੈ, ਵਾਕਈ ਵਿਕਟਿਮਾਈਜੇਸ਼ਨ ਹੋਈ ਹੈ ਉਹਨਾਂ ਦੀ, ਵਾਕਈ ਉਹਨਾਂ ਦੇ ਉੱਤੇ ਕੋਈ ਐਦਾਂ ਦਾ ਅਸਰ ਪਿਆ ਹੈ ਜਿਹੜਾ ਕਿ ਦੋਸ਼ ਲਾਉਣ ਵਾਲੇ ਵੱਲੋਂ ਝੂਠ ਬੋਲਿਆ ਹੋਵੇ। ਪਰ ਇਸ ਮਾਮਲੇ ਦੇ ਵਿੱਚ ਜਿੱਥੋਂ ਤੱਕ ਅਸੀਂ ਦੇਖਿਆ ਹੈ ਸੋਸ਼ਲ ਮੀਡੀਆ ਤੇ, ਅਖਬਾਰਾਂ ਦੇ ਵਿੱਚ ਜਾਂ ਵੱਖ-ਵੱਖ TV ਚੈਨਲਾਂ ਰਾਹੀਂ ਐਦਾਂ ਦੀ ਕੋਈ ਵੀ ਗੱਲ ਨਜ਼ਰ ਨਹੀਂ ਆਈ, ਕਿਉਂਕਿ ਜਿੰਦੂ ਸਾਹਿਬ ਨੇ ਸਿਰਫ ਇੱਕੋ ਹੀ ਗੱਲ ਕਹੀ ਹੈ ਬਈ ਮੈਡੀਕਲ ਲਾਈਨ ਦੇ ਵਿੱਚ, ਦਵਾਈਆਂ ਵਾਲੀ ਲਾਈਨ ਦੇ ਵਿੱਚ ਆਮ ਜਨ ਮਾਨਸ ਬਹੁਤ ਜ਼ਿਆਦਾ ਲੁੱਟ ਦਾ ਸ਼ਿਕਾਰ ਹੋ ਰਿਹਾ ਹੈ ਔਰ ਇਸ ਲੁੱਟ ਦੇ ਵਿੱਚ ਸਾਡੇ ਦੁਕਾਨਦਾਰ ਵੀਰ, ਕੈਮਿਸਟ ਵੀਰ ਔਰ ਜਿਹੜੇ ਰਿਟੇਲਰ ਹੈਗੇ ਨੇ, ਹੋਲਸੇਲਰ ਹੈਗੇ ਨੇ ਜਾਂ ਜਿੰਨੀਆਂ ਮਾਰਕੀਟਿੰਗ ਏਜੰਸੀਆਂ ਹੈਗੀਆਂ ਨੇ, ਉਹ ਸਾਰੀਆਂ ਸ਼ਾਮਿਲ ਨੇ। ਸੋ ਇੱਕ ਕੰਪਲੀਟ ਚੇਨ ਬਣੀ ਹੋਈ ਹੈ। ਇਸ ਚੇਨ ਦੇ ਉੱਤੇ ਜਿਹੜਾ ਕੰਟਰੋਲ ਹੈ, ਜੋ ਅਸੀਂ ਪਿਛਲੇ ਬਹੁਤ ਸਮੇਂ ਤੋਂ ਦੇਖਿਆ ਹੈ, ਆਮ ਤੌਰ 'ਤੇ ਮੰਤਰਾਲਾ ਚੁੱਪ ਬੈਠਾ ਹੈ। ਸੋ ਇਹਨਾਂ ਨੇ ਪ੍ਰਾਈਸ ਲਿਸਟ ਤੈਅ ਕਰਨ ਲਈ ਸੰਸਥਾਵਾਂ ਵੀ ਬਣਾ ਦਿੱਤੀਆਂ, ਕਿਹੜੀ ਚੀਜ਼ ਜ਼ਰੂਰੀ ਹੈਗੀ ਹੈ, ਐਜੈਂਸ਼ੀਅਲ ਕਮੋਡਿਟੀਜ਼ ਆ ਗਈਆਂ, ਉਹ ਵੀ ਆ ਗਿਆ, ਕਿਉਂਕਿ ਸਾਲਟ ਜਿਹੜਾ ਹਰ ਰੋਜ਼ ਨਵਾਂ ਬਣਦਾ ਹੈ। ਇਹਨੂੰ ਕੰਟਰੋਲ ਕਰਨ ਦੇ ਲਈ ਵੀ ਪਾਲਿਸੀਜ਼ ਹੈਗੀਆਂ ਨੇ, ਪਰ ਜਿਹੜੀਆਂ ਕੀਮਤਾਂ ਨੇ ਉਹ ਕਿੰਨੀਆਂ ਤੈਅ ਹੋਣੀਆਂ ਚਾਹੀਦੀਆਂ ਨੇ, ਇਹ ਸਰਕਾਰ ਨੂੰ ਵੱਡੀ ਸੋਧ ਕਰਨੀ ਚਾਹੀਦੀ ਹੈ। ਔਰ ਹਰ ਕੈਮੀਕਲ ਦਾ, ਹਰ ਜਿਹੜਾ ਕੰਪਨੀ ਹੈਗੀ ਹੈ, ਉਹਦੇ ਉੱਤੇ ਉਹਦੀ ਪ੍ਰਾਈਸ ਹੈ ਜਿਹੜੀ ਆਮ ਤੌਰ 'ਤੇ ਲਿਖੀ ਹੋਣੀ ਚਾਹੀਦੀ ਆ ਵੀ ਇਹ ਮੈਕਸੀਮਮ ਇੰਨੀ ਵੇਚ ਸਕਦਾ ਹੈ।
ਅਸੀਂ ਰੂਟੀਨ ਦੇ ਵਿੱਚ ਦੇਖਿਆ ਹੈਗਾ ਵੀ ਤੁਸੀਂ ਜਦੋਂ ਵੀ ਮਾਰਕੀਟ ਦੇ ਵਿੱਚ ਜਾਂ ਕਿਸੇ ਵੀ ਮੈਡੀਕਲ ਸ਼ਾਪ ਤੋਂ ਤੁਸੀਂ ਕੋਈ ਸਟ੍ਰਿਪ ਆਪਾਂ ਪੱਤਾ ਲੈਣ ਦੇ ਆ ਦਵਾਈ ਦਾ, ਉਹਦੇ ਵਿੱਚ ਬਹੁਤਾਤ ਦੇ ਵਿੱਚ ਕੰਪਿਊਟਰਾਈਜ਼ਡ ਪ੍ਰਿੰਟਿੰਗ ਹੁੰਦੀ ਹੈ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਇੱਕ ਅਲੱਗ ਹੀ ਕਿਸਮ ਦਾ ਨੀਲੇ ਪੈਡ ਦੇ ਨਾਲ ਮੈਕਸਿਮਮ ਰਿਟੇਲ ਪ੍ਰਾਈਸ, ਐਕਸਪਾਇਰੀ ਡੇਟ, ਮੈਨੂਫੈਕਚਰਡ ਡੇਟ, ਇੱਦਾਂ ਦੀ ਚੀਜ਼ ਲਿਖੀ ਹੋਈ ਹੁੰਦੀ ਹੈ। ਉਹਦੇ ਉੱਤੇ ਜੇ ਦੇਖਿਆ ਜਾਵੇ ਤਾਂ ਉਹ ਇੱਕ ਅਲੱਗ ਤਰ੍ਹਾਂ ਦੀ ਸਟੈਂਪ ਹੁੰਦੀ ਹੈ, ਅਲੱਗ ਤਰ੍ਹਾਂ ਦੀ ਮੋਹਰ ਹੁੰਦੀ ਹੈ। ਇਸ ਤੋਂ ਬੜੀ ਗੱਲ ਕਨਸੈਪਟ ਬੜਾ ਕਲੀਅਰ ਹੋ ਜਾਂਦਾ ਹੈ ਬਈ ਕੰਪਨੀ ਮੈਨੂਫੈਕਚਰ ਜਿਹੜੀ ਕਰਦੀ ਹੈ ਉਹ ਕੁਛ ਹੋਰ ਬਣਾਉਂਦੀ ਹੈ, ਜਿਹੜੀ ਉਹਨੂੰ ਮਾਰਕੀਟਿੰਗ ਕਰਦੀ ਹੈ ਉਹ ਉਹਦਾ ਰੇਟ ਤੈਅ ਕਰਦੀ ਹੈ। ਜਦ ਕਿ ਇੱਥੇ ਹੋਣਾ ਚਾਹੀਦਾ ਹੈ ਵੀ ਜਿਹਨੇ ਮੈਨੂਫੈਕਚਰਿੰਗ ਕੀਤੀ ਹੈ ਉਹ ਉਹਦਾ ਰੇਟ ਤੈਅ ਕਰੇ, ਉਹ ਉਹਦਾ ਪ੍ਰਿੰਟ ਰੇਟ ਲਿਖੇ। ਪਰ ਜਿਹੜੀਆਂ ਇਹ ਪੱਤਿਆਂ ਦੇ ਉੱਪਰ ਅਲੱਗ ਕਿਸਮ ਦੀਆਂ ਮੋਹਰਾਂ ਪ੍ਰਿੰਟਿੰਗ ਵਾਲੀਆਂ ਹੁੰਦੀਆਂ ਹੈ, ਉਹ ਇਹੀ ਤੈਅ ਕਰਦੀਆਂ ਵੀ ਮਾਰਕੀਟਿੰਗ ਜਿਹੜੀ ਹੈ ਕੰਪਨੀ ਹੈਗੀ ਹੈ ਉਹ ਉਹਦਾ ਰੇਟ ਤੈਅ ਕਰਦੀ ਹੈ, ਉਹ ਉਹਦੇ ਵਿੱਚ ਆਪਣਾ ਵੱਡਾ ਮਾਰਜਨ ਰੱਖਦੀ ਹੈ, ਉਸ ਤੋਂ ਬਾਅਦ ਉਹ ਪਬਲਿਕ ਦੇ ਕੋਲ ਆਉਂਦਾ ਹੈ। ਬਿਲਕੁਲ ਜੀ। ਸੋ ਬਹੁਤ ਸਾਰੇ ਜੋ ਮੈਡੀਕਲ ਸਟੋਰਾਂ ਵਾਲੇ ਨੇ ਭਰਾ ਉਹ ਦਲੀਲ ਦੇ ਰਹੇ ਨੇ ਵੀ ਅਸੀਂ ਯਾਰ ਦੁਕਾਨਾਂ ਦਾ ਰੈਂਟ ਵੀ ਦੇਣਾ ਹੈ, ਅਸੀਂ 5 ਬੰਦਿਆਂ ਦੀਆਂ ਤਨਖਾਹਾਂ ਕਿੱਥੋਂ ਕੱਢਣੀਆਂ ਨੇ। ਤੇ ਜਿਹੜੇ ਮੈਡੀਕਲ ਸਟੋਰ ਨੇ 5 ਬੰਦੇ ਰੱਖੇ ਹੋਏ, ਇਹਦਾ ਮਤਲਬ ਉਹਨਾਂ ਦੀ ਸੇਲ ਹੈ ਤਾਂ 5 ਬੰਦੇ ਭਾਜੀ, ਕੋਈ ਮੇਰੀ ਸੇਲ ਨਹੀਂ ਹੈ, ਮੇਰੀ ਦੁਕਾਨ ਦੀ ਸੇਲ ਨਹੀਂ ਹੋ ਰਹੀ, ਤੇ ਮੈਂ ਬੰਦੇ ਕਿਸ ਲਈ ਰੱਖਾਂਗਾ? ਤੇ 5 ਬੰਦੇ ਜੇ ਉਹਨਾਂ ਦੀ ਇੱਕ ਦਿਨ ਦੀ 2 ਲੱਖ ਦੀ ਸੇਲ ਹੋਊਗੀ ਤਾਂ ਉਹ 5 ਬੰਦੇ ਰੱਖਣਗੇ ਜੀ। ਬਿਲਕੁਲ ਜੀ, ਅਸੀਂ ਆਮ ਤੌਰ ਤੇ ਦੇਖਿਆ ਹੈ, ਤੁਸੀਂ ਕਿਸੇ ਵੀ ਮੈਡੀਕਲ ਸ਼ਾਪ ਤੇ ਚਲੇ ਜਾਓ, ਕਿਸੇ ਵੀ ਦੁਕਾਨਦਾਰ ਦੇ ਮੈਡੀਕਲ ਤੇ ਦੇਖਦਾ ਹੋ 4 ਤੋਂ 5 ਬੰਦੇ ਜਿਹੜੇ ਵਿਅਕਤੀ ਉਹਨਾਂ ਦੇ ਸਰਵੈਂਟ ਹੁੰਦੇ ਆ। ਪਰ ਜਦੋਂ ਤੁਸੀਂ ਉਹਨਾਂ ਦੀ ਬੈਲੈਂਸ ਸ਼ੀਟ ਨੂੰ ਤੁਸੀਂ ਦੇਖਦੇ ਹੋ, ਜੋ ਸਰਕਾਰ ਨੂੰ ਦਿਖਾਉਂਦੇ ਆ ਉੱਥੇ 1 ਜਾਂ 2 ਹੀ ਦਿਖਾਏ ਜਾਂਦੇ ਆ। ਤਾਂ ਇਹ ਬੜਾ ਕਨਸੈਪਟ ਕਲੀਅਰ ਹੈ। ਇੱਕ ਤਾਂ ਸਰਕਾਰ ਤੋਂ ਟੈਕਸ ਦੀ ਵੀ ਚੋਰੀ ਹੁੰਦੀ ਹੈ, ਸਰਕਾਰ ਤੋਂ ਆਮਦਨ ਦੀ ਵੀ ਚੋਰੀ ਹੁੰਦੀ ਹੈ। ਇਹ ਅਸੀਂ ਨਿੱਜੀ ਤੌਰ ਤੇ ਹਰ ਖੇਤਰ ਦੇ ਵਿੱਚ, ਨਾ ਕੇਵਲ ਮੈਡੀਕਲ ਦੇ ਵਿੱਚ ਬਲਕਿ ਹਰ ਪ੍ਰੋਫੈਸ਼ਨਲ ਜਿਹੜਾ, ਚਾਹੇ ਉਹ ਮਾਰਕੀਟਿੰਗ ਦਾ ਕੰਮ ਕਰਦਾ ਹੈ, ਚਾਹੇ ਉਹ ਦੁਕਾਨਦਾਰੀ ਕਰਦਾ ਹੈ, ਚਾਹੇ ਉਹ ਹੋਲਸੇਲਰ ਹੈਗਾ, ਚਾਹੇ ਉਹ ਆਰਕੀਟੈਕਚਰ ਹੈਗਾ, ਈਵਨ ਚਾਹੇ ਉਹ ਸਾਡੇ ਲਾਇਰ ਵੀ ਹੈਗੇ ਨੇ, ਉਹ ਆਪਣੀ ਆਮਦਨ ਪ੍ਰਤੀ ਸਰਕਾਰ ਦੇ ਨਾਲ ਕਦੇ ਇਮਾਨਦਾਰ ਨਹੀਂ। ਇਹ ਇੱਕ ਕੌੜੀ ਸੱਚਾਈ ਹੈ। ਸਰਕਾਰਾਂ ਨੂੰ ਟੈਕਸ ਨੂੰ ਘਟਾ ਕੇ ਔਰ ਬਹੁਤ ਪਾਰਦਰਸ਼ੀ ਬਣਾ ਕੇ ਉਹਨਾਂ ਨੂੰ ਲੋਕ ਹਿੱਤ ਦੇ ਵਿੱਚ ਲਿਆ ਕੇ ਜਨਤਾ ਦਾ ਮਨ ਜਿੱਤਣਾ ਚਾਹੀਦਾ ਹੈ ਵੀ ਇਹ ਪਾਲਿਸੀਜ਼ ਹੈਗੀਆਂ ਨੇ ਜਿਹੜੀਆਂ ਇਹ ਲੋਕ ਹਿੱਤ ਦੀਆਂ ਪਾਲਿਸੀਜ਼ ਹੈਗੀਆਂ ਨੇ, ਤਾਂ ਕਿ ਲੋਕ ਜਿਹੜੇ ਹੈ ਵਾਧੂ ਦੇ ਖਰਚਿਆਂ ਤੋਂ ਡਰਦੇ ਹੋਏ ਸਰਕਾਰ ਤੋਂ ਜਿਹੜੀਆਂ ਇੱਦਾਂ ਦੀਆਂ ਚੋਰ ਮੋਰੀਆਂ ਰੱਖ ਕੇ ਆਪਣਾ ਕਾਰੋਬਾਰ ਚਲਾ ਰਹੇ ਆ, ਵੱਧ ਵਿਅਕਤੀ ਸਰਵਿਸ ਕਰਨ ਦੇ ਬਾਵਜੂਦ ਵੀ ਘੱਟ ਦਿਖਾ ਰਹੇ ਆ, ਵੱਧ ਆਮਦਨ ਹੋਣ ਦੇ ਬਾਵਜੂਦ ਵੀ ਘੱਟ ਦਿਖਾ ਰਹੇ ਆ। ਇਹ ਸਾਰੀਆਂ ਜਿਹੜੀਆਂ ਚੋਰ ਮੋਰੀਆਂ ਇਹਨਾਂ ਨੂੰ ਕਵਰ ਕਰਨ ਦੇ ਲਈ ਸਰਕਾਰਾਂ ਨੂੰ ਬਹੁਤ ਵੱਡੇ ਪੱਧਰ 'ਤੇ ਪਹਿਲ ਕਰਨੀ ਪੈਣੀ ਹੈ। ਜੇਕਰ ਉਹ ਪਹਿਲ ਕਰਨ 'ਚ ਸਫਲ ਹੁੰਦੀ ਹੈ ਤਾਂ ਮੈਨੂੰ ਲੱਗਦਾ ਹੈ ਵੀ ਜਿਹੜੀ ਸਾਡਾ ਆਰਥਿਕ ਢਾਂਚਾ ਜਿਹਨੂੰ ਅਸੀਂ ਕਹਿ ਸਕਦੇ ਹਾਂ ਉਹ ਸੁਧਾਰ ਹੋਣ ਦੇ ਵਿੱਚ ਕੋਈ ਬਹੁਤਾ ਵਕਤ ਨਹੀਂ ਲੱਗਣਾ। ਔਰ ਲੋਕਾਂ ਦੀ ਜਿਹੜੀ ਇਮਾਨਦਾਰੀ ਹੈਗੀ ਹੈ, ਜੇਕਰ ਸਰਕਾਰਾਂ ਵਿਸ਼ਵਾਸ ਬੰਨਣ ਤਾਂ ਇੱਕ ਦਿਨ ਜ਼ਰੂਰ ਵੱਡੇ ਪੱਧਰ 'ਤੇ ਆਵੇਗੀ। ਤੇ ਇਹਦੇ ਵਿੱਚ ਤੁਸੀਂ ਇਹ ਕਿਵੇਂ ਵੇਖਦੇ ਹੋ ਵੀ ਸਰਕਾਰਾਂ ਚੁੱਪ ਨੇ? ਐਡਾ ਵੱਡਾ ਮਸਲਾ ਹੈ ਇਸ ਵੇਲੇ, ਮੈਂ ਕਹਿੰਦਾ ਚੈਨਲਾਂ ਦੇ ਉੱਤੇ TRP ਦਾ ਵੀ ਮਸਲਾ ਹੀ ਕਹਿ ਲਓ, ਚਲੋ TRP ਦਾ ਹੀ ਕਹਿ ਲਓ ਵੀ ਸਭ ਤੋਂ ਵੱਧ ਚੱਲ ਰਿਹਾ ਇਸ ਟਾਈਮ। ਸਰਕਾਰਾਂ ਚੁੱਪ ਨੇ, ਜਦੋਂ ਕਿ ਜਿਹੜੀ ਗੱਲ ਲੋਕਾਂ ਦੇ ਪੱਖ ਦੀ ਹੁੰਦੀ ਹੈ, ਜਿਹਦੇ ਵਿੱਚ ਲੋਕਾਂ ਦੀ ਜ਼ਿਆਦਾ ਮਤਲਬ ਕਿ ਲੋਕ ਜ਼ਿਆਦਾ ਜਾਂਦੇ ਨੇ ਜਿਹੜੀ ਚੀਜ਼ ਦੇ ਵਿੱਚ, ਉਹਦੇ ਵਿੱਚ ਤਾਂ ਇੱਕਦਮ ਬਿਆਨ ਆਉਂਦੇ ਨੇ, ਵਿਰੋਧੀ ਧਿਰਾਂ ਮਸਲੇ ਚੁੱਕਦੀਆਂ ਨੇ। ਬਿਜਲੀ ਦੇ ਬਿੱਲ ਤਾਂ 2 ਮਹੀਨੇ ਬਾਅਦ ਆਉਣੇ ਹੁੰਦੇ ਆ ਵਧੇ ਹੋਏ, ਤੇ ਸਿਰਫ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਜੀ ਕਰੀ ਜਾ ਰਹੇ ਆਪਾਂ, ਤੇ ਇਹ ਤੇ ਰੋਜ਼ ਮਰ ਰਿਹਾ ਜੀ। ਗਰੀਬ ਨੂੰ ਵੀ ਉਹੀ ਲੁੱਟ ਖਸੁੱਟ ਦਾ ਸ਼ਿਕਾਰ ਹੋਣਾ ਪੈਂਦਾ ਹੈ, ਤੇ ਅਮੀਰ ਦੇ ਉੱਤੇ ਚਲੋ ਜ਼ਿਆਦਾ ਅਸਰ ਨਹੀਂ ਪੈ ਰਿਹਾ ਇਸ ਚੀਜ਼ ਦਾ, ਪਰ ਗਰੀਬ ਤਾਂ ਮਰ ਰਿਹਾ। ਵਿਰੋਧੀ ਧਿਰਾਂ ਚੁੱਪ ਕਿਉਂ ਨੇ? ਉਹਨਾਂ ਨੂੰ ਕੀ ਲਾਹਾ? ਦੇਖੋ ਜੀ, ਸਭ ਤੋਂ ਵੱਡੀ ਗੱਲ ਹੈ ਜਿਹੜੀ ਸਾਡੀ ਰਾਜਨੀਤਿਕ ਅਵੇਸਲਾਪਨ ਹੈ, ਚਾਹੇ ਉਹ ਲੋਕਲ ਲੈਵਲ 'ਤੇ ਹੋਵੇ, ਚਾਹੇ ਉਹ ਵਿਧਾਨ ਸਭਾ ਲੈਵਲ 'ਤੇ ਹੋਵੇ, ਚਾਹੇ ਉਹ ਪਾਰਲੀਮੈਂਟ ਲੈਵਲ 'ਤੇ ਹੋਵੇ, ਚਾਹੇ ਉਹ ਵਿਰੋਧੀ ਧਿਰ ਹੈ, ਚਾਹੇ ਉਹ ਰਾਜ ਸੱਤਾ ਵਾਲੀ ਧਿਰ ਹੈਗੀ ਹੈ, ਜਿਹੜਾ ਰਾਜਨੀਤਿਕ ਅਵੇਸਲਾਪਨ ਹੈਗਾ ਉਹ ਸਭ ਤੋਂ ਵੱਡਾ ਸਵਾਲ ਹੈ ਇਸ ਗੱਲ ਦੇ ਉੱਤੇ। ਕਿਉਂਕਿ ਜਿੰਨੇ ਵੀ ਸਾਡੇ ਪੋਲੀਟੀਸ਼ੀਅਨ ਨੇ, ਜਿੰਨੇ ਵੀ ਰਾਜਨੇਤਾ ਹੈ ਨੇ, ਜੇਕਰ ਉਹ ਡੀਪਲੀ ਇਸ ਚੀਜ਼ ਨੂੰ ਸਟੱਡੀ ਕਰਨ, ਉਹਨਾਂ ਨੂੰ ਸਾਰੀ ਜਾਣਕਾਰੀ ਹੁੰਦੀ ਹੈ ਵੀ ਕਿੰਨੀ ਜਨਤਾ ਜਿਹੜੀ ਹੈ ਕਿਵੇਂ ਪਿਸ ਰਹੀ ਹੈ, ਕਿਉਂਕਿ ਉਹਨਾਂ ਦਾ ਜਨਤਕ ਜੀਵਨ ਵੀ ਕਿਤੇ ਨਾ ਕਿਤੇ ਉਹਨਾਂ ਨੇ ਇਹ ਦੌਰ ਦੇਖਿਆ ਹੁੰਦਾ ਹੈ। ਪਰ ਜਦੋਂ ਸੱਤਾ ਦੇ ਵਿੱਚ ਆ ਜਾਂਦੇ ਆ, ਸੱਤਾ ਦੇ ਵਿੱਚ ਆਉਣ ਤੋਂ ਬਾਵਜੂਦ ਉਹਨਾਂ ਦੀ ਜਿਹੜੀ ਐਗਜ਼ੀਕਿਊਸ਼ਨਸ ਹੈਗੀ ਹੈ ਬਹੁਤ ਜ਼ਿਆਦਾ ਜਿਹੜੇ ਕੰਸਰਨ ਅਫਸਰਸ਼ਾਹੀ ਹੈਗੀ ਉਹ 'ਤੇ ਨਿਰਭਰ ਕਰਦੀ ਹੈਗੀ ਹੈ। ਪਰ ਆਮ ਤੌਰ 'ਤੇ ਅਸੀਂ ਦੇਖਿਆ ਜਦੋਂ ਕੋਈ ਬਿੱਲ ਨੇ ਕਾਨੂੰਨ ਬਣਨਾ ਹੈ ਜਾਂ ਜਦੋਂ ਕੋਈ ਨੋਟੀਫਿਕੇਸ਼ਨ ਸਰਕਾਰਾਂ ਜਾਰੀ ਕਰਦੀਆਂ ਨੇ, ਕੈਬਨਿਟ ਕੋਈ ਨੋਟੀਫਿਕੇਸ਼ਨ ਜਾਰੀ ਕਰਦੀ ਹੈ, ਚਾਹੇ ਉਹ ਸਟੇਟ ਦੀ ਸਰਕਾਰ ਹੋਵੇ, ਚਾਹੇ ਉਹ ਕੇਂਦਰ ਦੀ ਸਰਕਾਰ ਹੋਵੇ, ਉਹਦੇ ਵਿੱਚ ਉਹ ਮੁੱਦੇ ਲੈ ਕੇ ਆਉਂਦੇ ਨੇ
ਜਿਹੜੇ ਇੱਕਦਮ ਜਨਤਾ ਤੇ ਅਸਰ ਕਰ ਦਿੰਦੇ ਨੇ, ਜਿਨ੍ਹਾਂ ਨੂੰ ਉਹ ਸਮਝਦੇ ਨੇ ਵੀ ਜੀ ਇਹ ਜਨਤਾ ਦੇ ਨਾਲ ਡਾਇਰੈਕਟਲੀ ਸੰਬੰਧਿਤ ਨੇ। ਆਮ ਤੌਰ ਤੇ ਅਸੀਂ ਦੇਖਿਆ ਰੋਜ਼ੀ ਰੋਟੀ ਦੀ ਸਮੱਸਿਆ, ਬੇਰੁਜ਼ਗਾਰੀ, ਬਿਜਲੀ ਦੇ ਬਿੱਲ, ਬਈ ਜਿੱਥੋਂ ਇੱਕ ਵੈਲ ਆਰਗੇਨਾਈਜ਼ਡ ਸਟਰਕਚਰ ਦੇ ਵਿੱਚ ਅਮਾਉਂਟ ਸਰਕਾਰ ਨੂੰ ਜਾਂਦੀ ਹੈ। ਇੱਥੇ ਜਿਹੜਾ ਮਸਲਾ ਹੈ ਜਗਦੀਪ ਜੀ ਉਹ ਅਲੱਗ ਹੈ। ਤੁਸੀਂ ਬਿਜਲੀ ਦੇ ਬਿੱਲਾਂ ਦੀ ਗੱਲ ਕਰੀ, ਬਿਜਲੀ ਦੇ ਬਿੱਲ ਇੱਕ ਵੈਲ ਆਰਗੇਨਾਈਜ਼ਡ ਸਟਰਕਚਰ ਹੈਗਾ ਸਰਕਾਰ ਦਾ ਸਥਾਪਿਤ ਹੋਇਆ ਵਾ, ਉੱਥੇ ਜਾਂਦੇ ਨੇ ਜੀ। ਤੁਸੀਂ ਹੋਰ ਮਹਿਕਮਾ ਲੈ ਲਿਓ, ਪਾਣੀ ਦਾ ਬਿੱਲ ਲੈ ਲਿਓ, ਉਹ ਇੱਕ ਪਾਰਟੀਕੂਲਰ ਬੋਰਡ ਨੂੰ ਜਾਂਦਾ। ਤੁਸੀਂ ਟੈਕਸ ਲੈ ਲਿਓ ਗੱਡੀਆਂ ਦਾ, ਉਹ ਪਾਰਟੀਕੂਲਰ ਤੁਸੀਂ ਇੱਕ ਡਿਪਾਰਟਮੈਂਟ ਨੂੰ ਦਿੰਦੇ ਹੋ। ਜਿਹੜੀ ਦਵਾਈ ਹੈ ਜਾਂ ਤੁਸੀਂ ਮੈਡੀਕਲ ਸਟੋਰਾਂ ਤੋਂ ਲੈਂਦੇ ਹੋ, ਇਹ ਤੁਸੀਂ ਹਜ਼ਾਰਾਂ ਸਟੋਰ ਹੁੰਦੇ ਨੇ ਸ਼ਹਿਰਾਂ ਦੇ ਵਿੱਚ, ਵੱਡੇ ਸ਼ਹਿਰਾਂ ਵਿੱਚ ਹਜ਼ਾਰਾਂ ਸਟੋਰ ਨੇ, ਛੋਟੇ ਸ਼ਹਿਰਾਂ ਵਿੱਚ ਸੈਂਕੜਿਆਂ ਤਾਦਾਦ ਵਿੱਚ ਨੇ, ਉਹ ਇੰਡੀਵਿਜੂਅਲੀ ਉਹਨਾਂ ਨੂੰ ਜਾਂਦਾ ਹੈ। ਇਸ ਕਰਕੇ ਇਹ ਮਸਲਾ ਜਿਹੜਾ ਲੋਕਾਂ ਦੇ ਧਿਆਨ ਦੇ ਵਿੱਚ, ਔਰ ਜਿਹੜੇ ਆਮ ਤੌਰ ਤੇ ਜਨਤਕ ਜੀਵਨ ਰਾਜਨੇਤਾ ਹੈਗੇ ਆ, ਉਹ ਇਸ ਕਰਕੇ ਨਹੀਂ ਲੈ ਕੇ ਆਉਂਦੇ ਵੀ ਇਹ ਤਾਂ ਇੱਕ ਪ੍ਰਾਈਵੇਟ ਬੰਦੇ ਦੇ ਨਾਲ ਸੰਬੰਧਿਤ ਹੈਗਾ, ਜਦੋਂ ਕਿ ਮਸਲਾ ਸਭ ਤੋਂ ਅਹਿਮ ਇਹੀ ਹੈ ਵੀ ਹਰ ਵਿਅਕਤੀ ਅੱਜ ਦੀ ਡੇਟ ਦੇ ਵਿੱਚ, ਹਰ ਦੂਸਰਾ ਤੀਸਰਾ ਵਿਅਕਤੀ ਕਿਸੇ ਨਾ ਕਿਸੇ ਤਰ੍ਹਾਂ ਦੀ ਦਵਾਈ ਦੁਕਾਨ ਤੋਂ ਲੈਂਦਾ ਹੈ, ਔਰ ਉਹਦਾ ਬਹੁਤਾ ਜ਼ਿਆਦਾ ਹਿੱਸਾ ਜਿਹੜਾ ਆਮ ਤੌਰ ਤੇ ਉਹ ਮੈਡੀਸਨ ਦੇ ਵਿੱਚ ਚਲੇ ਜਾਂਦਾ ਹੈ, ਉਹਦੀ ਆਮਦਨ ਦਾ ਹਿੱਸਾ। ਸੋ ਰਾਜਨੇਤਾ ਦਾ ਅਵੇਸਲਾਪਣ, ਰਾਜਨੀਤਿਕ ਪਾਰਟੀਆਂ ਦਾ ਅਵੇਸਲਾਪਣ ਵੀ ਇਹ ਪ੍ਰਾਈਵੇਟ ਹੱਥਾਂ ਦੇ ਵਿੱਚ ਅਮਾਊਂਟ ਜਾਂਦੀ ਹੈ, ਇਹਦਾ ਸਰਕਾਰ ਦੇ ਨਾਲ ਕੋਈ ਲੈਣਾ ਦੇਣੀ ਹੈ ਨਹੀਂ, ਇਸੇ ਗੱਲ ਦਾ ਜਿਹੜਾ ਖਾਮਿਆਜ਼ਾ ਸਾਡੀ ਪਬਲਿਕ ਬਹੁਤ ਵੱਡੇ ਪੱਧਰ ਤੇ ਭੁਗਤ ਰਹੀ ਹੈ। ਬਿਲਕੁਲ। ਸੋ ਤੁਸੀਂ ਇਹ ਗੱਲਾਂ ਦੱਸੀਆਂ ਉਹਦੇ ਲਈ ਤੁਹਾਡਾ ਧੰਨਵਾਦ। ਮੈਂ ਤੁਹਾਡਾ ਔਰ ਖਾਸ ਕਰ ਪੰਜਾਬੀ ਲੋਕ ਚੈਨਲ ਦਾ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਮੌਕਾ ਦਿੱਤਾ ਲੋਕ ਹਿੱਤ ਦੇ ਮੁੱਦੇ ਦੇ ਵਿੱਚ ਸਮਾਜ ਦੇ ਹੱਕ ਦੀ ਗੱਲ ਕਰਨ ਦਾ। ਜੀ ਬਹੁਤ ਸ਼ੁਕਰੀਆ। ਸੋ ਇਹ ਸਨ ਐਡਵੋਕੇਟ ਕਮਲ ਸੈਣੀ ਜੀ। ਤੇ ਇੱਕ ਵਾਰ ਫਿਰ ਦੱਸ ਦਈਏ ਵੀ ਸਮਾਜ ਦੇ ਪੱਖ ਦੀ ਜਿਹੜੇ ਲੋਕ ਗੱਲ ਕਰਦੇ ਨੇ ਉਹਨਾਂ ਦੇ ਹਮੇਸ਼ਾ ਨਾਲ ਖੜਾ ਹੈ ਪੰਜਾਬੀ ਲੋਕ ਚੈਨਲ। ਇਹਦੇ ਵਿੱਚ ਬੇਸ਼ੱਕ ਅਸੀਂ ਇਹ ਨਹੀਂ ਕਹਿੰਦੇ, ਵਾਰ-ਵਾਰ ਮੈਂ ਇਹ ਵੀ ਕਹਿ ਰਿਹਾ ਵੀ ਬਹੁਤ ਸਾਰੀਆਂ ਦਵਾਈਆਂ ਦੇ ਵਿੱਚ ਮਾਰਜਨ ਤੁਹਾਨੂੰ ਘੱਟ ਆਉਂਦਾ ਹੋਏਗਾ, ਪਰ ਯਾਰ ਇਹ ਕਿੱਥੋਂ ਦੀ ਭਲਾਈ ਹੈ? 5 ਵਾਲੀ ਦਵਾਈ ਤੁਸੀਂ 250 ਦੀ ਵੇਚ ਦਿਓ, 5 ਵਾਲੀ ਤੁਸੀਂ 105 ਦੀ ਵੇਚ ਦਿਓ। ਬਹੁਤ ਸਾਰੇ ਹੁਣ ਲੋਕ ਕਮੈਂਟ ਕਰਨਗੇ ਵੀ ਅਸੀਂ ਤਾਂ ਜੀ ਇੰਨਾ ਦਿੰਦੇ ਹਾਂ। ਠੀਕ ਹੈ, ਮੈਂ ਵੀ ਕਹਿੰਦਾ ਨਹੀਂ ਹਾਂ, 98% ਲੋਕਾਂ ਨੂੰ ਮੈਂ ਇਮਾਨਦਾਰ ਮੰਨ ਲੈਂਦਾ, 2% ਨੇ ਤਾਂ ਠੱਗੀ ਕਰਕੇ ਕਿਸੇ ਗਰੀਬ ਨੂੰ ਲੁੱਟਿਆ ਨਾ। ਅਸੀਂ ਤਾਂ ਚਾਹੁੰਦੇ ਹਾਂ ਵੀ ਇੱਕ ਵੀ ਬੰਦਾ ਕਿ ਲੁੱਟ ਦਾ ਸ਼ਿਕਾਰ ਨਾ ਹੋਵੇ, ਕਿਸੇ ਦੀ ਠੱਗੀ ਦਾ ਸ਼ਿਕਾਰ ਨਾ ਹੋਵੇ। ਤੇ ਜੇ ਇੱਕ ਵੀ ਬੰਦਾ ਹੋਏਗਾ ਤਾਂ ਅਸੀਂ ਉਹਦੇ ਉਂਗਲ ਚੁੱਕਾਂਗੇ, ਉਹਨੂੰ ਸਵਾਲ ਕਰਾਂਗੇ। ਤੇ ਬਲਜਿੰਦਰ ਸਿੰਘ ਜਿੰਦੂ ਨੇ ਜੋ ਵੀ, ਜੇ 5 ਦਵਾਈਆਂ ਦੀ ਵੀ ਉਹਨਾਂ ਨੇ ਗੱਲ ਕੀਤੀ ਹੈ, ਤਾਂ ਉਹ 5 ਦਵਾਈਆਂ ਲਈ ਵੀ ਅਸੀਂ ਉਹਨਾਂ ਦੇ ਨਾਲ ਹੈਗੇ ਹਾਂ। ਸੋ ਅਸੀਂ ਤਰੀਕਾ ਜਿਹੜਾ ਤੁਹਾਨੂੰ ਦੱਸ ਦਿੱਤਾ ਹੈ ਵੀ ਜੇ ਬਲਜਿੰਦਰ ਸਿੰਘ ਜਿੰਦੂ ਨੂੰ ਪਾਰਟੀ ਬਣਾਇਆ ਜਾਂਦਾ ਹੈ ਜਾਂ ਉਹਦੇ ਉੱਤੇ ਕੇਸ ਕਰਨ ਦੀ ਗੱਲ ਆਉਂਦੀ ਹੈ, ਤਾਂ ਲੋਕ ਮੈਡੀਕਲ ਸਟੋਰ ਵਾਲੇ ਨੂੰ ਪਾਰਟੀ ਬਣਾ ਸਕਦੇ, ਅਥਾਰਟੀ ਨੂੰ ਬਣਾ ਸਕਦੇ, ਇੱਥੋਂ ਤੱਕ ਕਿ ਕੰਪਨੀਆਂ ਜਿਹੜੀਆਂ ਬ੍ਰਾਂਡਡ ਕੰਪਨੀਆਂ, ਕਿਉਂਕਿ ਬਹੁਤ ਸਾਰੇ ਇਮਾਨਦਾਰ ਸਟੋਰ ਵਾਲੇ ਤੁਹਾਨੂੰ ਮਿਲ ਜਾਣਗੇ ਜਿਹੜੇ ਸਹੀ ਰੇਟ ਦੱਸ ਦੇਣਗੇ। ਫਿਰ ਕਾਰਵਾਈ ਕਿਸ ਤਰ੍ਹਾਂ ਕਰਵਾਉਣੀ ਘਰ ਘਰ ਤੋਂ ਤੁਸੀਂ ਵੇਖਣਾ ਹੈ। ਸੋ ਇਸ ਮਸਲੇ ਦੇ ਵਿੱਚ ਅਸੀਂ ਜ਼ਰੂਰ ਕਹਾਂਗੇ ਵੀ ਲੋਕਾਂ ਦੀ ਲੁੱਟ ਨਾ ਕਰੋ। ਇਸ ਮਸਲੇ ਦੇ ਵਿੱਚ ਸਰਕਾਰ ਨੂੰ ਖੁਦ ਇਨਵੋਲਵਮੈਂਟ ਦੇ ਕੇ ਮੁੜ ਤੋਂ ਜਿਹੜੀਆਂ ਦਵਾਈਆਂ ਦੇ ਪ੍ਰਾਈਸ ਹੈਗੇ ਆ ਉਹ ਤੈਅ ਕੀਤੇ ਜਾਣੇ ਚਾਹੀਦੇ ਆ, ਅਤੇ ਇਹਦੇ ਵਿੱਚ ਇੱਕ ਮਾਰਜਨ ਰੱਖਣਾ ਚਾਹੀਦਾ ਹੈ। 5%, 10%, 20% ਜਿੰਨਾ ਵੀ ਮਾਰਜਨ ਹੈਗਾ ਏ, ਉਹ ਪਰ ਇਹ ਨਾ ਹੋਵੇ ਵੀ ਜਿਸ ਤਰ੍ਹਾਂ ਹੁਣ ਚੱਲ ਰਿਹਾ ਵੀ 5 ਵਾਲੀ ਦਵਾਈ 105 ਦੀ ਪੈ ਰਹੀ ਹੈ, ਉਹ ਕਿਸ ਤਰ੍ਹਾਂ ਤੈਅ ਹੁੰਦਾ ਹੈ, ਇਹਦੇ ਵਿੱਚ ਸਰਕਾਰਾਂ ਕੀ ਕਰਦੀਆਂ ਇਹ ਵੇਖਣ ਵਾਲੀ ਗੱਲ ਹੋਏਗੀ। ਪਰ ਕਾਨੂੰਨ ਤੌਰ 'ਤੇ ਵਕੀਲ ਸਾਹਿਬ ਨੇ ਫਿਲਹਾਲ ਇਹੀ ਕਿਹਾ ਹੈ ਵੀ ਬਲਜਿੰਦਰ ਸਿੰਘ ਜਿੰਦੂ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਜਾ ਸਕਦੀ। ਜੋ ਵੀ ਸ਼ਬਦ ਉਹਨਾਂ ਵੱਲੋਂ ਬੋਲੇ ਗਏ ਨੇ ਉਹ ਪਬਲਿਕ ਹਿੱਤ ਦੇ ਵਿੱਚ ਬੋਲੇ ਗਏ ਨੇ, ਉਹ ਉਹਨਾਂ ਨੇ ਆਪਣਾ ਪਰਸਨਲ ਹਿੱਤ ਜਾਂ ਆਪਣੇ ਨਿੱਜੀ ਲਾਹੇ ਦੇ ਲਈ ਸ਼ਬਦ ਨਹੀਂ ਬੋਲੇ। ਇਸ ਕਰਕੇ ਉਹਨਾਂ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਡੈਫਾਮੇਸ਼ਨ ਨਹੀਂ ਬਣਦਾ। ਜਗਦੀਪ ਸਿੰਘ ਥਲੀ ਨੂੰ ਦਿਓ ਇਜਾਜ਼ਤ। ਧੰਨਵਾਦ।